बिन मैं जीना पाऊंगा। मेरे पास ही रहना प्यारे यीशु, तुझ बिन मैं जीना पाऊंगा। हालेलुया 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 हालेलुया। दुखों में आंसू में मेरी माँ बनके आ, कर्जों में कष्टों में मेरा पिता बनके आ। दुखों में आंसू में मेरी माँ बनके आ, कर्जों में कष्टों में मेरा पिता बनके आ। मेरे पास ही रहना प्यारे यीशु, तुझ बिन मैं जीना पाऊंगा। मेरे पास ही रहना प्यारे यीशु, तुझ बिन मैं जीना पाऊंगा। अंधियारी राहों में मेरी रोशनी बनके आ, मौत की वादियों में मेरा जीवन बनके आ। अंधियारी राहों में मेरी रोशनी बनके आ, मौत की वादियों में मेरा जीवन बनके आ। मेरे पास ही रहना प्यारे यीशु, तुझ बिन मैं जीना पाऊंगा। मेरे पास ही रहना प्यारे यीशु, तुझ बिन मैं जीना पाऊंगा। बीमारी की हालत में मेरी सेहत बनके आ, दुश्मन की अदालत में मेरा प्यार बनके आ। बीमारी की हालत में मेरी सेहत बनके आ, दुश्मन की अदालत में मेरा प्यार बनके आ। मेरे पास ही रहना प्यारे यीशु, तुझ बिन मैं जीना पाऊंगा। मेरे पास ही रहना
ਅਤੇ ਬੇਟੇ ਅਤੇ ਰੂਪਾਕ ਦੇ ਨਾਮ ਉਤੇ। ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਸਲ, ਖੁਦਾ ਬਾਪ ਦਾ ਪ੍ਰੇਮ ਤੇ ਰੂਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ। ਅਤੇ ਤੁਹਾਡੇ ਨਾਲ ਵੀ ਹੋਵੇ। मेरा आसमानी बाप भी ਤੁਹਾਡੇ ਨਾਲ ਇਹੀ ਕਰੇਗਾ ਜੇਕਰ ਤੁਸੀਂ ਆਪਣੇ ਭਰਾ ਨੂੰ ਦਿਲੋਂ ਮਾਫ ਨਹੀਂ ਕਰੋਗੇ। ਹਾਲੇਲੂਇਆ, 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 ਹਾਲੇਲੂਇਆ। ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਬੜੀ ਖੁਸ਼ੀ ਦੇ ਨਾਲ ਪ੍ਰਭੂ ਦੇ ਪਾਕ ਅਲਤਾਰ ਦੇ ਸਾਹਮਣੇ ਇਕੱਠੇ ਹੋਏ ਹਾਂ। ਅੱਜ ਦੇ ਵਚਨਾਂ ਦੇ ਰਾਹੀਂ ਖੁਦਾਵੰਦ ਖੁਦਾ ਸਾਨੂੰ ਸਾਡੇ ਖਿਲਾਫ ਕੰਮ ਕਰਨ ਵਾਲਿਆਂ ਦੇ ਲਈ, ਸਾਡੇ ਦਿਲਾਂ ਨੂੰ ਦੁਖਾਉਣ ਵਾਲਿਆਂ ਦੇ ਲਈ ਮਾਫੀ ਦਾ ਵਰਦਾਨ ਬਖਸ਼ਣ ਦੇ ਲਈ ਸਾਨੂੰ ਬੁਲਾਉਂਦਾ ਹੈ। ਅਸੀਂ ਸੰਤ ਮਤੀ ਦੀ ਅੰਜੀਲ ਉਹਦਾ 5 ਬਾਬ ਦੀ 23ਵੀਂ ਆਇਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ ਕਿ ਜਦੋਂ ਤੁਸੀਂ ਪ੍ਰਾਰਥਨਾ ਕਰਨ ਦੇ ਲਈ ਪ੍ਰਭੂ ਦੇ ਹੈਕਲ ਦੇ ਵਿੱਚ ਆਉਂਦੇ ਹਨ ਅਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੇ ਭਰਾ ਨੂੰ ਤੁਹਾਡੇ ਵਿਰੁੱਧ ਗਿਲਾ ਹੈ, ਤੁਸੀਂ ਜਾਓ ਅਤੇ ਉਹਨਾਂ ਦੇ ਨਾਲ ਸੁਲਾਹ ਕਰੋ ਅਤੇ ਵਾਪਸ ਆ ਕੇ ਆਪਣਾ ਪੇਂਟ ਛੁਡਾਓ। ਸਾਨੂੰ ਖੁਦਾਵੰਦ ਖੁਦਾ ਆਪਣੇ ਭਰਾ ਨੂੰ ਮਾਫ ਕਰਨ ਦੇ ਲਈ, ਉਹਨਾਂ ਦੇ ਗਲਤੀਆਂ ਨੂੰ ਮਾਫੀ ਦਿੰਦੇ ਹੋਏ, ਸੁਲਾਹ ਕਰਦੇ ਹੋਏ ਪ੍ਰਭੂ ਦੇ ਸਾਹਮਣੇ ਆਉਣ ਦੇ ਲਈ ਬੁਲਾਉਂਦਾ ਹੈ। ਇਹ ਸਾਡੇ ਪ੍ਰਾਰਥਨਾ ਦੇ ਵਿੱਚ ਅਸੀਂ ਖੁਦਾ ਦੇ ਸਾਹਮਣੇ ਇੱਕ ਸ਼ਰਤ ਰੱਖਦੇ ਹਨ, ਇਹ ਪ੍ਰਭੂ ਮੈਨੂੰ ਮੇਰੇ ਕਸੂਰ ਮਾਫ ਕਰ, ਜਿਸ ਤਰ੍ਹਾਂ ਮੈਂ ਆਪਣੇ ਕਸੂਰਵਾਰਿਆਂ ਦਾ ਮਾਫ ਕਰਦੇ ਹਾਂ। ਅੱਜ ਉਹ ਸ਼ਰਤ ਨੂੰ ਪੂਰਾ ਕਰਨ ਦੇ ਲਈ ਮੌਕਾ ਹੈ। ਆਓ ਅਸੀਂ ਆਪਣੇ ਆਪ ਨੂੰ ਜਾਂਚੀਏ। ਜੇਕਰ ਮੈਂ ਕਿਸੇ ਦੇ ਵਿਰੁੱਧ ਬੁਰਾ ਸੋਚਦਾ ਹੈ, ਕਿਸੇ ਨੇ ਮੇਰਾ ਦਿਲ ਦੁਖਾਇਆ ਹੈ, ਮੈਂ ਉਹਨਾਂ ਨੂੰ ਅਜੇ ਤੱਕ ਉਹਨਾਂ ਦੇ ਬੁਰਾਈ ਸੋਚਦੇ ਰਿਹਾ ਹੈ, ਉਹਨਾਂ ਸਾਰੇ ਸਮਾਂ ਦੇ ਲਈ, ਉਹਨਾਂ ਸਾਰੇ ਵਿਅਕਤੀਆਂ ਦੇ ਲਈ ਅਸੀਂ ਖੁਦਾ ਦੇ ਸਾਹਮਣੇ ਪ੍ਰਾਰਥਨਾ ਕਰੀਏ। ਕਿਉਂਕਿ ਪ੍ਰਭੂ ਸਾਨੂੰ ਬੁਲਾਉਂਦਾ ਹੈ ਤਾਂ ਕਹਿੰਦਾ ਹੈ ਤੁਸੀਂ ਆਪਣੇ ਦੁਸ਼ਮਣਾਂ ਦੇ ਲਈ ਪ੍ਰਾਰਥਨਾ ਕਰੋ, ਤੁਹਾਡੇ ਸਤਾਉਣ ਵਾਲਿਆਂ ਨੂੰ ਪਿਆਰ ਕਰੋ। ਅੱਜ ਅਸੀਂ ਉਹਨਾਂ ਦੇ ਉਸ ਵਾਅਦੇ ਨੂੰ, ਉਸ ਬੁਲਾਵੇ ਨੂੰ ਅਪਣਾਉਂਦੇ ਹੋਏ ਖੁਦਾ ਦੇ ਸਾਹਮਣੇ ਇਹ ਇਕਰਾਰ ਕਰਾਂਗੇ, ਇਹ ਵਾਅਦਾ ਕਰਾਂਗੇ, ਮੈਂ ਹੁਣ ਮੇਰੇ ਖਿਲਾਫ ਕੰਮ ਕਰਨ ਵਾਲੇ ਹਰੇਕ ਨੂੰ ਮਾਫ ਕਰਦੇ ਹਾਂ। ਜੇਕਰ ਮੈਂ ਆਪਣੇ ਦਿਲ ਦੇ ਵਿੱਚ ਕਿਸੇ ਦੇ ਲਈ ਗਿਲਾ ਰੱਖਿਆ ਹੈ, ਮੈਂ ਕਿਸੇ ਦੇ ਪ੍ਰਤੀ ਬੁਰਾ ਸੋਚਦਾ ਹੈ, ਮੈਂ ਉਹ ਸਾਰੇ ਕੰਮ ਛੱਡਣ ਦੇ ਲਈ ਤਿਆਰ ਹਾਂ। ਆਓ ਅਸੀਂ ਖੁਦਾ ਦੇ ਇਸ ਬੁਲਾਵੇ ਨੂੰ ਅਪਣਾਉਂਦੇ ਹੋਏ ਇਸ ਸ਼ਰਤ ਜੋ ਅਸੀਂ ਆਪਣੇ ਪ੍ਰਭੂ ਦੇ ਸਾਹਮਣੇ ਰੱਖਦੇ ਹਾਂ ਕਿ ਪ੍ਰਭੂ ਮੈਂ ਆਪਣੇ ਕਸੂਰਵਾਰਿਆਂ ਨੂੰ ਮਾਫ ਕਰਦਾ, ਉਸੇ ਤਰ੍ਹਾਂ ਤੁਸੀਂ ਵੀ ਮੇਰਾ ਮਾਫ ਕਰ। ਉਸ ਨੂੰ ਪੂਰਾ ਕਰਨ ਦੇ ਅਸੀਂ ਖੁਦਾ ਕੋਲੋਂ ਫਜ਼ਲ ਅਤੇ ਆਸ਼ੀਸ਼ ਮੰਗਾਂਗੇ। ਆਓ ਅਸੀਂ ਇਸ ਪਾਕ ਮਾਸ ਵਿੱਚ ਯੋਗ ਢੰਗ ਨਾਲ ਪਾਕ ਹੋਣ ਦੇ ਲਈ ਆਓ ਅਸੀਂ ਆਪਣੇ ਆਪ ਨੂੰ ਤਿਆਰੀ ਕਰੀਏ, ਕੀਤੇ ਹੋਏ ਹਰੇਕ ਗਲਤੀ ਦੇ ਪਛਤਾਉਂਦੇ ਹੋਏ ਖੁਦਾ ਕੋਲੋਂ ਮਾਫੀ ਮੰਗੀਏ। पूरी कुदरत
ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ। आमीन। हे प्रभु दया करो, हे प्रभु दया करो, हे मसीह दया करो, हे मसीह दया करो, हे प्रभु दया करो, हे प्रभु दया करो। स्वर्ग दे विच वडियाई महिमा होवे खुदा दी, धरती उते मेघनी अते लोकां दे विच शांति। स्वर्ग दे विच वडियाई। दुनिया सी तेरे गाँदे हाथे, तन तन तेनू कहते हाँ, कर दी आराधना ते महिमा तेरी गाँदे हाँ। तेरी बड़ी शान कारण शुक्र तेरा असी कर दे हाँ। स्वर्ग दे बादशाह खुदा, बाप कुदरत वाले खुदा, स्वर्ग दे विच वडियाई। यीशु मसीह कलौते बेटे, बाप दे बेटे, प्रभु खुदा, बाप दा बेटा दुनिया दे पापां नूं चुक ले जांदा है। मिन्नतां सुण ले साडियां, तू बाप दे सच्चे बैठा है। दया तू कर हुण साडे उत्ते, तू ही सरगुण है खुदा, स्वर्ग दे विच वडियाई। तू ही इकल्ला परमेश्वर है, परम ऊंचा है हे खुदा, हे मसीहा शान दे विच तू पाप दे रूप आ गिरा। स्वर्ग दे विच वडियाई महिमा होवे खुदा दी, धरती उते मेघनी अते लोकां दे विच शांति। स्वर्ग दे विच वडियाई। आमीन। ਅਸੀਂ ਪ੍ਰਾਰਥਨਾ ਕਰੀਏ। ਆਓ ਅਸੀਂ ਹੁਣ ਆਪਣੇ ਸਾਰੇ ਲੋੜਾਂ ਜ਼ਰੂਰਤਾਂ ਨੂੰ ਪ੍ਰਭੂ ਯਿਸੂ ਦੇ ਅੱਗੇ ਰੱਖੀਏ। ਆਪਣੇ ਪਰਿਵਾਰ ਨੂੰ, ਆਪਣੇ ਮੰਮੀ ਪਾਪਾ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ
ਆਓ ਅਸੀਂ ਇਸ ਸਮੇਂ ਪ੍ਰਭੂ ਦੇ ਹੱਥਾਂ ਵਿੱਚ ਸੌਂਪ ਦਈਏ। ਆਪਣੇ ਪੈਰਿਸ਼ ਨੂੰ, ਪੈਰਿਸ਼ ਦੇ ਸਾਰੇ ਪਰਿਵਾਰਾਂ ਨੂੰ, ਸਾਡੇ ਪੈਰਿਸ਼ ਪ੍ਰੀਸਟ ਨੂੰ, ਸਾਰੇ ਸਿਸਟਰਾਂ ਨੂੰ, ਮਨਾਦ ਭਰਾਵਾਂ ਨੂੰ ਅਤੇ ਆਏ ਹੋਏ ਸਾਰੇ ਨੌਜਵਾਨ ਭੈਣ ਭਰਾਵਾਂ ਨੂੰ ਆਓ ਅਸੀਂ ਇਸ ਸਮੇਂ ਯਾਦ ਕਰੀਏ ਅਤੇ ਪ੍ਰਾਰਥਨਾ ਕਰੀਏ। ਡਾਇਸਿਸ ਦੇ ਯੂਥ ਟੀਮ ਦੇ ਲਈ ਆਓ ਅਸੀਂ ਇਸ ਸਮੇਂ ਪ੍ਰਾਰਥਨਾ ਕਰੀਏ। ਫਾਦਰ ਮਾਈਕਲ ਜੀ ਦੇ ਲਈ ਪ੍ਰਾਰਥਨਾ ਕਰੀਏ, ਜਿਨ੍ਹਾਂ ਨੇ ਸਾਡੇ ਲਈ ਅੱਜ ਦੇ ਇਸ ਪ੍ਰੋਗਰਾਮ ਦਾ ਆਯੋਜਨ ਕੀਤੇ ਹਨ। ਆਪਣੇ ਦੁੱਖ ਮੁਸੀਬਤਾਂ ਨੂੰ ਆਓ ਅਸੀਂ ਇਸ ਸਮੇਂ ਪ੍ਰਭੂ ਦੇ ਅੱਗੇ ਰੱਖੀਏ। ਬਹੁਤ ਸਾਰਿਆਂ ਨੇ ਸਾਡੀ ਪ੍ਰਾਰਥਨਾ ਦੇ ਮਦਦ ਮੰਗਿਆ ਹੈ, ਆਓ ਅਸੀਂ ਇਸ ਸਮੇਂ ਉਹਨਾਂ ਹਰੇਕ ਨੂੰ ਇਸ ਸਮੇਂ ਪ੍ਰਭੂ ਦੇ ਅੱਗੇ ਰੱਖੀਏ। ਅਤੇ ਅੱਜ ਦੇ ਇਸ ਯੂਥ ਦੇ ਸੈਮੀਨਾਰ ਦੇ ਲਈ ਬਹੁਤ ਸਾਰਿਆਂ ਨੇ ਮਿਹਨਤ ਕੀਤੀ ਹਨ, ਖਾਸ ਕਰਕੇ ਸੈਂਟ ਜੋਸਫ ਕੈਂਟ ਪੈਰਿਸ਼ ਦੇ ਸਾਰੇ ਨੌਜਵਾਨ, ਆਓ ਅਸੀਂ ਉਹਨਾਂ ਦੇ ਲਈ ਇਸ ਸਮੇਂ ਪ੍ਰਾਰਥਨਾ ਕਰੀਏ। ਏ ਖੁਦਾ, ਤੂੰ ਕੁੱਲ ਦੁਨੀਆ ਦੀ ਰਚਨਾ ਕੀਤੀ ਅਤੇ ਉਸ ਦੀ ਰਹਿਨੁਮਾਈ ਕਰਦਾ ਹੈ। ਬਖਸ਼ ਦੇ ਕਿ ਅਸੀਂ ਤੇਰੇ ਰਹਿਮ ਦੀ ਸ਼ਕਤੀ ਨੂੰ ਮਹਿਸੂਸ ਕਰੀਏ, ਤਾਂ ਜੋ ਅਸੀਂ ਪੂਰਨ ਜ਼ੋਰ ਨਾਲ ਆਪਣੇ ਆਪ ਨੂੰ ਤੇਰੀ ਸੇਵਾ ਵਿੱਚ ਸਮਰਪਣ ਕਰ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ, ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਖੁਦਾ ਜਿਉਂਦਾ ਦਰਾਜ ਕਰਦਾ ਹੈ, ਸਦਾ ਤੋਮ ਸਦਾ ਤੀਕ। ਪਾਠ ਪਹਿਲਾ। ਪ੍ਰਵਕਤਾ ਗ੍ਰੰਥ 2 ਗੱਲਾਂ ਦੀ ਚੇਤਾਵਨੀ ਦਿੰਦਾ ਹੈ। ਖੁਦਾ ਬਦਲਾ ਲੈਣ ਵਾਲੇ ਨੂੰ ਦੰਡ ਦੇਵੇਗਾ ਅਤੇ ਜੋ ਦੂਜਿਆਂ ਨੂੰ ਮਾਫ ਨਹੀਂ ਕਰਦਾ ਉਸ ਨੂੰ ਮਾਫ ਨਹੀਂ ਕਰੇਗਾ। ਯਿਸੂ ਮਸੀਹ ਨੇ ਆਪਣੀ ਸਿੱਖਿਆ ਵਿੱਚ ਇਸੇ ਗੱਲ ਉੱਤੇ ਜ਼ੋਰ ਪਾਇਆ ਹੈ। ਉਸਨੇ ਖੁਦ ਆਪਣੇ ਅਤਿਆਚਾਰੀਆਂ ਦੇ ਲਈ ਦੁਆ ਕੀਤੀ ਹੈ। ਪ੍ਰਵਕਤਾ ਦਾ ਗ੍ਰੰਥ ਉਸ ਦਾ 3 ਬਾਬ 27 ਤੋਂ 33 ਆਇਤ ਤੱਕ। ਆਪਣੇ ਗੁਆਂਢੀ ਦੇ ਅਪਰਾਧ ਮਾਫ ਕਰ ਦੇਵੋ ਅਤੇ ਬੇਨਤੀ ਕਰਨ ਤੇ ਤੁਹਾਡੇ ਪਾਪ ਵੀ ਮਾਫ ਕੀਤੇ ਜਾਣਗੇ। ਨਿਰਾਸ਼ਾ ਤੇ ਕ੍ਰੋਧ ਘ੍ਰਿਣਾਯੋਗ ਹਨ, ਫਿਰ ਵੀ ਪਾਪੀ ਦੋਨੋਂ ਕਰਦਾ ਹੈ। ਖੁਦਾ ਬਦਲਾ ਲੈਣ ਵਾਲੇ ਨੂੰ ਦੰਡ ਦੇਵੇਗਾ ਅਤੇ ਉਸ ਦੇ ਪਾਪਾਂ ਦਾ ਪੂਰਾ ਲੇਖਾ ਰੱਖੇਗਾ। ਆਪਣੇ ਗੁਆਂਢੀ ਦੇ ਅਪਰਾਧ ਮਾਫ ਕਰ ਦੇਵੋ ਅਤੇ ਬੇਨਤੀ ਕਰਨ ਤੇ ਤੁਹਾਡੇ ਪਾਪ ਵੀ ਮਾਫ ਕੀਤੇ ਜਾਣਗੇ। ਅਗਰ ਮਨੁੱਖ ਆਪਣੇ ਮਨ ਵਿੱਚ ਦੂਸਰਿਆਂ ਪ੍ਰਤੀ ਕ੍ਰੋਧ ਰੱਖਦਾ ਹੋਵੇ ਤਾਂ ਉਹ ਪ੍ਰਭੂ ਦੀ ਦਇਆ ਦੀ ਆਸ ਕਿਵੇਂ ਰੱਖ ਸਕਦਾ ਹੈ? ਅਗਰ ਉਹ ਆਪਣੇ ਭਰਾ 'ਤੇ ਦਇਆ ਨਹੀਂ ਕਰਦਾ ਤਾਂ ਉਹ ਆਪਣੇ ਪਾਪਾਂ ਦੇ ਲਈ ਮਾਫੀ ਕਿਵੇਂ ਮੰਗ ਸਕਦਾ ਹੈ? ਅਗਰ ਇਨਸਾਨ ਹੁੰਦੇ ਹੋਏ ਉਹ ਆਪਣੇ ਮਨ ਵਿੱਚ ਵੈਰ ਰੱਖੇ ਤਾਂ ਉਸ ਨੂੰ ਉਸ ਦੇ ਪਾਪਾਂ ਦੀ ਮਾਫੀ ਕਿਸ ਤਰ੍ਹਾਂ ਮਿਲ ਸਕਦੀ ਹੈ? ਅੰਤਿਮ ਗੱਲਾਂ ਦਾ ਧਿਆਨ ਰੱਖੋ ਅਤੇ ਵੈਰ ਰੱਖਣਾ ਛੱਡ ਦੇਵੋ। ਵਿਨਾਸ਼ ਅਤੇ ਮੌਤ ਦਾ ਧਿਆਨ ਰੱਖੋ ਅਤੇ ਹੁਕਮਾਂ ਦੀ ਪਾਲਣਾ ਕਰੋ। ਹੁਕਮਾਂ ਨੂੰ ਯਾਦ ਰੱਖੋ ਅਤੇ ਗੁਆਂਢੀ ਨਾਲ ਵੈਰ ਨਾ ਰੱਖੋ। ਪੂਰੀ ਕੁਦਰਤ ਵਾਲੇ ਖੁਦਾ ਦੇ ਵਿਧਾਨ ਦਾ ਧਿਆਨ ਰੱਖੋ ਅਤੇ ਦੂਸਰਿਆਂ ਦੇ ਅਪਰਾਧਾਂ ਨੂੰ ਮਾਫ ਕਰੋ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। मजबूत मेरा दिल है, शौकत नायकामा। मजबूत मेरा दिल है, शौकत नायकामा। तारीफ अपने रब दी, ते हामद मैं सुनावा। तारीफ अपने रब दी, ते
ਪਾਠ ਦੂਸਰਾ। ਸੰਤ ਪੌਲੁਸ ਆਖਦੇ ਹਨ, ਭਾਵੇਂ ਅਸੀਂ ਜਿਉਂਦੇ ਰਹੀਏ ਜਾਂ ਮਰ ਜਾਈਏ, ਅਸੀਂ ਪ੍ਰਭੂ ਦੇ ਹੀ ਹਾਂ। ਇਸ ਲਈ ਸਾਨੂੰ ਯਿਸੂ ਮਸੀਹ ਦੀ ਸੇਵਾ ਕਰਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ ਹੈ। ਰੋਮੀਆਂ ਦੇ ਨਾਮ ਸੰਤ ਪੌਲੁਸ ਦਾ ਪੱਤਰ, ਉਸ ਦਾ 14 ਬਾਬ 7 ਤੋਂ 9 ਐਤ। ਅਸੀਂ ਚਾਹੇ ਜਿਉਂਦੇ ਰਹੀਏ ਜਾਂ ਮਰ ਜਾਈਏ, ਅਸੀਂ ਪ੍ਰਭੂ ਦੇ ਹੀ ਹਾਂ। ਸਾਡੇ ਵਿੱਚੋਂ ਕੋਈ ਵੀ ਨਾ ਕੇਵਲ ਆਪਣੇ ਲਈ ਜਿਉਂਦਾ ਹੈ ਅਤੇ ਨਾ ਹੀ ਮਰਦਾ ਹੈ। ਜੇਕਰ ਅਸੀਂ ਜਿਉਂਦੇ ਹਾਂ ਤਾਂ ਪ੍ਰਭੂ ਦੇ ਲਈ ਜਿਉਂਦੇ ਹਾਂ, ਅਤੇ ਮਰਦੇ ਹਾਂ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਸੋ ਚਾਹੇ ਅਸੀਂ ਜਿਉਂਦੇ ਰਹੀਏ ਜਾਂ ਮਰੀਏ, ਦੋਹਾਂ ਹਾਲਾਤਾਂ ਵਿੱਚ ਅਸੀਂ ਪ੍ਰਭੂ ਦੇ ਹੀ ਹਾਂ, ਕਿਉਂਕਿ ਮਸੀਹ ਹਰ ਕਿਸੇ ਲਈ ਮਰੇ ਅਤੇ ਜਿੰਦਾ ਵੀ ਹੋਏ, ਕਿ ਉਹ ਜਿਉਂਦਿਆਂ ਅਤੇ ਮੁਰਦਿਆਂ ਦੋਹਾਂ ਦਾ ਪ੍ਰਭੂ ਠਹਿਰੇ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। हालेलुया स्तुति गाए हम यीशु की स्तुति गाए हम हालेलुया 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 हालेलुया। यीशु के पास आओ और मुक्ति को अपनाओ। यीशु के पास आओ और मुक्ति को अपनाओ। आशीषों देगा, साथ अपने लेगा, कभी नहीं छोड़ेगा। आशीषों देगा, साथ अपने लेगा, कभी नहीं छोड़ेगा। हालेलुया स्तुति गाए हम यीशु की स्तुति गाए हम हालेलुया 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 हालेलुया। ਰੱਬ ਤੁਹਾਡੇ ਨਾਲ ਹੋਵੇ। ਅਤੇ ਤੁਹਾਡੇ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਰੱਬਾ। ਤਦ ਪਤਰਸ ਨੇ ਅੱਗੇ ਵਧ ਕੇ ਯਿਸੂ ਨੂੰ ਕਿਹਾ, ਪ੍ਰਭੂ ਜੇਕਰ ਮੇਰਾ ਭਰਾ ਮੇਰੇ ਵਿਰੁੱਧ ਪਾਪ ਕਰਦਾ ਰਹੇ ਤਾਂ ਕਿੰਨੀ ਕੁ ਵਾਰ ਮੈਂ ਉਸ ਨੂੰ ਮਾਫ ਨਾ ਕਿ 7 ਵਾਰ ਤੱਕ। ਯਿਸੂ ਨੇ ਉਸ ਨੂੰ ਕਿਹਾ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ 7 ਵਾਰ, ਸਗੋਂ 7 ਦੇ 70 ਵਾਰ। ਇਸ ਲਈ ਸਵਰਗ ਦੇ ਰਾਜ ਦੀ ਤੁਲਨਾ ਉਸ ਰਾਜ ਦੇ ਨਾਲ ਕੀਤੀ ਜਾ ਸਕਦੀ ਹੈ ਜਿਸ ਨੇ ਆਪਣੇ ਨੌਕਰ ਨਾਲ ਹਿਸਾਬ ਕਰਨਾ ਚਾਹਿਆ। ਜਦੋਂ ਹਿਸਾਬ ਕਰਨ ਦੇ ਲਈ ਬੈਠ ਗਿਆ ਤਾਂ ਇੱਕ ਕਰਜ਼ਦਾਰ ਉਸ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਨੇ ਉਸ ਦਾ 10,000 ਥੋੜੇ ਸੋਨਾ ਦੇਣਾ ਸੀ। ਉਹ ਕਰਜ਼ਾ ਚੁਕਦਾ ਨਹੀਂ ਕਰ ਸਕਦਾ ਸੀ, ਇਸ ਲਈ ਉਸ ਦੇ ਮਾਲਕ ਨੇ ਹੁਕਮ ਜਾਰੀ ਕੀਤਾ ਕਿ ਉਸ ਨੂੰ ਅਤੇ ਉਸ ਦੀ ਪਤਨੀ, ਉਸ ਦੇ ਬੱਚਿਆਂ ਨੂੰ ਉਸ ਦੇ ਸਾਰੇ ਧਨ ਸੰਪਤੀ ਦੇ ਸਮੇਤ ਵੇਚ ਦਿੱਤਾ ਜਾਵੇ ਅਤੇ ਕਰਜ਼ਾ ਵਸੂਲ ਕਰ ਲਿਆ ਜਾਵੇ। ਤਦ ਉਸ ਨੌਕਰ ਨੇ ਗੋੜੀਆਂ ਪਰਨੇ ਡਿੱਗ ਕੇ ਇਹ ਮਿਹਨਤ ਕੀਤੀ, ਮਾਲਕ ਮੈਨੂੰ ਕੁਝ ਹੋਰ ਮਹੌਲਤ ਦੇ ਦਿਓ, ਮੈਂ ਸਭ ਕੁਝ ਤੁਹਾਨੂੰ ਚੁਕਦਾ ਕਰ ਦੇਵਾਂਗਾ। ਉਸ ਦੇ ਮਾਲਕ ਨੇ ਉਸ ਉੱਤੇ ਤਰਸ ਖਾ ਕੇ ਉਸ ਨੌਕਰ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ਾ ਮਾਫ ਕਰ ਦਿੱਤਾ। ਪਰ ਉਹੀ ਨੌਕਰ ਜਦੋਂ ਬਾਹਰ ਨਿਕਲਿਆ ਤਾਂ ਉਸ ਨੂੰ ਉਸ ਦਾ ਇੱਕ ਸਾਥੀ ਨੌਕਰ ਮਿਲਿਆ ਜਿਸ ਨੇ ਉਸ ਦਾ 100 ਦਿਨਾਰ ਕਰਜ਼ਾ ਦੇਣਾ ਸੀ। ਉਸ ਨੇ ਉਸ ਨੂੰ ਗਲੋਂ ਫੜਦੇ ਹੋਏ ਕਿਹਾ,
ਕਰਜ਼ਾ ਜੋ ਤੇਰੇ ਸਿਰ ਤੇ ਹੈ ਮੈਨੂੰ ਚੁਕਦਾ ਕਰ। ਇਸ ਲਈ ਉਸ ਦੇ ਸਾਥੀ ਨੌਕਰ ਨੇ ਉਸ ਦੇ ਪੈਰੀ ਪੈ ਕੇ ਉਸ ਦੇ ਅੱਗੇ ਤਰਲਾ ਮਿੰਨਤ ਕੀਤੀ, ਮੈਨੂੰ ਕੁਝ ਮਹੌਲਤ ਹੋਰ ਦੇ ਦਿਓ ਅਤੇ ਮੈਂ ਤੁਹਾਨੂੰ ਸਭ ਕੁਝ ਚੁਕਦਾ ਕਰ ਦੇਵਾਂਗਾ। ਪਰ ਉਹ ਨਾ ਮੰਨਿਆ ਅਤੇ ਉਸਨੇ ਜਾ ਕੇ ਉਸ ਨੂੰ ਉਸ ਸਮੇਂ ਤੱਕ ਖੇਤਖਾਨੇ ਦੇ ਵਿੱਚ ਸੁੱਟ ਦਿੱਤਾ ਜਦੋਂ ਤੱਕ ਕਿ ਉਹ ਆਪਣਾ ਕਰਜ਼ਾ ਚੁਕਦਾ ਨਾ ਕਰ ਦੇਵੇ। ਜਦੋਂ ਉਸ ਦੇ ਸਾਥੀ ਨੌਕਰਾਂ ਨੇ ਇਹ ਸਭ ਵੇਖਿਆ ਜੋ ਵਾਪਰਿਆ ਸੀ ਤਾਂ ਉਹ ਬੜੇ ਕਲਪੇ ਅਤੇ ਉਹਨਾਂ ਨੇ ਜਾ ਕੇ ਆਪਣੇ ਮਾਲਕ ਨੂੰ ਉਹ ਸਾਰੀ ਵਰਤਾਤ ਦੱਸ ਦਿੱਤੀ। ਤਦ ਉਸ ਦੇ ਮਾਲਕ ਨੇ ਉਸ ਨੌਕਰ ਨੂੰ ਸੱਦ ਕੇ ਕਿਹਾ, ਦੁਸ਼ਟ ਨੌਕਰ, ਮੈਂ ਤੇਰੇ ਸਾਰਾ ਕਰਜ਼ਾ ਮਾਫ ਕਰ ਦਿੱਤਾ ਕਿਉਂਕਿ ਤੂੰ ਮੇਰੇ ਅੱਗੇ ਮਿਹਨਤ ਕੀਤੀ ਸੀ। ਜਿਸ ਤਰ੍ਹਾਂ ਮੈਂ ਤੇਰੇ ਉੱਤੇ ਦਇਆ ਕੀਤੀ ਸੀ ਕਿ ਉਸੇ ਤਰ੍ਹਾਂ ਤੈਨੂੰ ਵੀ ਉਸ ਸਾਥੀ ਨੌਕਰ ਦੇ ਉੱਤੇ ਦਇਆ ਨਹੀਂ ਕਰਨਾ ਚਾਹੁੰਦੀ। ਜਦੋਂ ਮਾਲਕ ਨੇ ਗੁੱਸੇ ਦੇ ਵਿੱਚ ਆ ਕੇ ਉਸ ਨੂੰ ਜੇਲਰ ਦੇ ਹਵਾਲੇ ਕਰ ਦਿੱਤਾ ਜਦ ਤੱਕ ਉਹ ਆਪਣਾ ਸਾਰਾ ਕਰਜ਼ਾ ਚੁਕਦਾ ਨਾ ਕਰ ਦੇਵੇ। ਮੇਰਾ ਆਸਮਾਨੀ ਬਾਪ ਵੀ ਤੁਹਾਡੇ ਵਿੱਚੋਂ ਹਰ ਇੱਕ ਨਾਲ ਇਸੇ ਤਰ੍ਹਾਂ ਕਰੇਗਾ ਜੇਕਰ ਤੁਸੀਂ ਆਪਣੇ ਭਰਾ ਨੂੰ ਆਪਣੇ ਦਿਲੋਂ ਮਾਫ ਨਾ ਕਰੋਗੇ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। तेरी महिमा वे मसीहा। ਪ੍ਰਭੂ, ਜੇਕਰ ਮੇਰਾ ਭਰਾ ਮੇਰੇ ਵਿਰੁੱਧ ਪਾਪ ਕਰਦਾ ਹੈ ਤਾਂ ਮੈਂ ਕਿੰਨੇ ਕੁ ਵਾਰ ਉਸ ਨੂੰ ਮਾਫ ਕਰਾਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯੇਸ਼ੂ ਦੀ ਵਡਿਆਈ ਹੋਵੇ, ਪ੍ਰਭੂ ਯੇਸ਼ੂ ਦੀ ਆਰਾਧਨਾ ਹੋਵੇ, ਪ੍ਰਭੂ ਯੇਸ਼ੂ ਦੀ ਸਤੁਤੀ ਹੋਵੇ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯੇਸ਼ੂ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ, ਸਾਰਿਆਂ ਨੂੰ ਜੈ ਯੇਸ਼ੂ ਦੀ। ਸਭ ਤੋਂ ਪਹਿਲਾਂ ਤੁਸੀਂ ਸਾਰਿਆਂ ਨੂੰ ਡਾਇਓਸੀਜ਼ਨ ਯੂਥ ਕਮਿਸ਼ਨ ਵੱਲੋਂ ਸਾਡੇ ਇਸ ਇੱਕ ਦਿਨ ਦਾ ਸੈਮੀਨਾਰ ਅਤੇ ਪਾਕਮਾਸਟਰ ਕੁਰਬਾਨੀ ਵਿੱਚ ਜੀ ਆਇਆਂ ਨੂੰ ਆਖਦੇ ਹਾਂ। ਅਸੀਂ ਸਾਡੇ ਇਸ ਮਾਲਵਾ ਰੀਜਨ ਦੇ ਸਾਰੇ ਨੌਜਵਾਨ ਇੱਥੇ ਇਕੱਠੇ ਹੋ ਗਏ ਹਨ ਅਤੇ ਇਸ ਲਈ ਆ ਗਏ ਹਨ ਕਿ ਅਸੀਂ ਇੱਕ ਦਿਨ ਇਕੱਠੇ ਹੋ ਕੇ ਪ੍ਰਭੂ ਦਾ ਕਲਾਮ ਸੁਣਨ ਦੇ ਰਾਹੀਂ ਅਤੇ ਇੱਕ ਦੂਸਰੇ ਨੂੰ ਮਿਲਣ ਦੇ ਰਾਹੀਂ ਪ੍ਰਭੂ ਦੇ ਹੋਰ ਨੇੜੇ ਆਉਣ ਦੇ ਲਈ ਇੱਕ ਦੂਸਰੇ ਦਾ ਮਦਦ ਕਰਨ ਦੇ ਲਈ ਅਸੀਂ ਇਕੱਠੇ ਹੋ ਗਏ ਹਨ ਅਤੇ ਅਸੀਂ ਹੁਣ ਪਾਕਮਾਸਟਰ ਕੁਰਬਾਨੀ ਵਿੱਚ ਹਿੱਸਾ ਲੈਂਦੇ ਹਾਂ। ਅਤੇ ਇਸ ਪਾਕਮਾਸਟਰ ਕੁਰਬਾਨੀ ਦੇ ਵਿੱਚ ਅਸੀਂ ਹੁਣ ਖੁਦਾ ਦਾ ਵਚਨ ਸੁਣਿਆ ਹੈ ਅਤੇ ਅੱਜ ਜੋ ਵੀ ਵਚਨ ਅਸੀਂ ਸੁਣਿਆ ਹੈ ਉਹਦੇ ਵਿੱਚ ਪ੍ਰਭੂ ਯਿਸੂ ਮਸੀਹ ਅਸਾਂ ਸਾਰਿਆਂ ਨੂੰ ਇੱਕ ਖਾਸ ਸੰਦੇਸ਼ ਦੱਸਦਾ ਹੈ ਜੋ ਸਾਡੇ ਜੀਵਨ ਦੇ ਵਿੱਚ ਸਭ ਤੋਂ ਅਹਿਮ ਹੈ, ਸਭ ਤੋਂ ਜ਼ਰੂਰਤ ਹੈ। ਹਾਲੇਲੂਇਆ, ਹਾਲੇਲੂਇਆ। ਅਤੇ ਉਹ ਸੰਦੇਸ਼ ਇਹੀ ਹੈ ਕਿ ਅਸੀਂ ਇੱਕ ਦੂਸਰੇ ਨੂੰ ਮਾਫ ਕਰਨਾ। ਮਾਫੀ ਦੇ ਬਾਰੇ ਪ੍ਰਭੂ ਯਿਸੂ ਮਸੀਹ ਸਾਨੂੰ ਸਿਖਾਉਂਦਾ ਹੈ। ਪਿਛਲੇ ਐਤਵਾਰ ਅਸੀਂ ਖੁਦਾ ਦੇ ਵਚਨ ਦੇ ਰਾਹੀਂ ਇਹ ਸੁਣਿਆ ਹੈ। ਖੁਦਾ ਨੇ ਸਾਨੂੰ ਇਹੀ ਸੰਦੇਸ਼ ਦੱਸਿਆ ਹੈ ਕਿ ਪਾਪ ਕਰਨ ਵਾਲਿਆਂ ਨੂੰ ਸਮਝਾਉਣਾ ਅਤੇ ਅੱਜ ਦੇ ਤਿੰਨੋਂ ਪਾਠ ਦੇ ਰਾਹੀਂ ਪ੍ਰਭੂ ਸਾਨੂੰ ਦੱਸਦਾ ਹੈ ਕਿ ਅਸੀਂ ਆਪਣੇ ਭਰਾਵਾਂ ਨੂੰ ਮਾਫ ਕਰਨਾ ਹੈ। ਜੋ ਸਾਡੇ ਵਿਰੁੱਧ ਅਪਰਾਧ ਕਰਦੇ ਹਾਂ ਉਹਨਾਂ ਨੂੰ ਮਾਫੀ ਦੇਣਾ ਹੈ। ਜੋ ਪਾਪ ਕਰਦਾ ਹੈ ਅਸੀਂ ਉਹਨਾਂ ਨੂੰ ਸਮਝਾਉਣਾ ਹੈ। ਕਿਸ ਤਰ੍ਹਾਂ ਸਮਝਾਉਣਾ ਹੈ? ਪਹਿਲਾਂ ਅਸੀਂ ਖੁਦ ਜਾ ਕੇ ਉਸ ਨੂੰ ਦੱਸਣਾ ਹੈ। ਜੇਕਰ ਸਾਡੇ ਗੱਲ ਨਹੀਂ ਮੰਨਦੇ ਹਨ, ਇੱਕ ਜਾਂ ਦੋ ਜੀ ਨੂੰ ਆਪਣੇ ਨਾਲ ਲੈ ਕੇ ਜਾਣਾ ਹੈ। ਫਿਰ ਵੀ ਨਹੀਂ ਮੰਨਦੇ ਹਨ, ਕਲੀਸਿਆ ਦੇ ਆਗੂਆਂ ਨੂੰ ਅਸੀਂ ਆਪਣੇ ਨਾਲ ਲੈ ਕੇ ਜਾਣਾ ਹੈ ਅਤੇ ਫਿਰ ਵੀ ਨਹੀਂ ਮੰਨਦੇ ਹਨ ਤਾਂ ਉਹਨਾਂ ਨੂੰ ਪਰਾਈ ਕੌਮ ਦੇ ਨਾਲ ਅਸੀਂ ਉਹਨਾਂ ਨੂੰ ਮੰਨਣਾ ਹੈ। ਜਾਂ ਜਿਸ ਤਰ੍ਹਾਂ ਅਸੀਂ ਉਹਨਾਂ ਦੇ ਨਾਲ ਡੀਲ ਕਰਦੇ ਹਾਂ ਉਸੇ ਤਰ੍ਹਾਂ ਉਹਨਾਂ ਦੇ ਨਾਲ ਵੀ ਅਸੀਂ ਡੀਲ ਕਰਨਾ ਹੈ। ਅਤੇ ਪ੍ਰਭੂ ਯਿਸੂ ਮਸੀਹ ਨੇ ਪਰਾਈ ਕੌਮ ਦੇ ਗੈਰ ਯਹੂਦੀ ਲੋਕਾਂ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਕਿਸ ਤਰ੍ਹਾਂ ਕੀਤੇ ਹਨ? ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਵੀ ਪਿਆਰ ਕੀਤੇ ਹਨ, ਟੈਕਸ ਲੈਣ ਵਾਲਿਆਂ ਨੂੰ ਵੀ ਆਪਣੇ ਚੇਲੇ ਬਣਾਏ ਹਨ। ਇਹਦਾ ਮਤਲਬ ਇਹੀ ਹੈ ਭਾਵੇਂ ਸਾਡੇ ਭਰਾ ਅਪਰਾਧ ਕਰੇ ਅਸੀਂ ਉਹਨਾਂ ਨੂੰ ਪਿਆਰ ਕਰਨਾ ਹੈ। ਅਤੇ ਅੱਜ ਪ੍ਰਭੂ ਯਿਸੂ ਸਾਨੂੰ ਕਹਿੰਦਾ ਹੈ ਕਿ ਜੋ ਸਾਡੇ ਵਿਰੁੱਧ ਪਾਪ ਕਰਦੇ ਹਾਂ ਉਹਨਾਂ ਨੂੰ ਅਸੀਂ ਮਾਫੀ ਦੇਣਾ ਹੈ। ਹਾਲੇਲੂਇਆ। ਅੱਜ ਦਾ ਪਹਿਲਾ ਪਾਠ ਸਿਰਾਕ ਦੇ ਕਿਤਾਬ ਵਿੱਚੋਂ ਲਿਆ ਹੈ ਅਤੇ ਉਹਦੇ ਵਿੱਚ ਸਿਰਾਕ ਨਬੀ ਸਾਨੂੰ ਕਹਿੰਦਾ ਹੈ ਕਿ
ਬਦਲਾ ਲੈਣ ਵਾਲਿਆਂ ਦੇ ਉੱਤੇ ਖੁਦਾ ਵੀ ਬਦਲਾ ਲਵੇਗਾ, ਮਾਫ ਕਰਨ ਵਾਲਿਆਂ ਨੂੰ ਖੁਦਾ ਵੀ ਮਾਫ ਕਰੇਗਾ। ਇਹੀ ਹੈ ਅੱਜ ਦੇ ਪਹਿਲੇ ਪਾਠ ਦੇ ਵਿੱਚ ਸੁਰਾਖ ਦੇ ਰਾਹੀਂ ਸਾਨੂੰ ਦੱਸਦਾ ਹੈ। ਤੇ ਅੱਜ ਦੇ ਦੂਜੇ ਪਾਠ ਦੇ ਵਿੱਚ ਸੰਤ ਪੌਲਸ ਸਾਨੂੰ ਕਹਿੰਦਾ ਹੈ ਕਿ ਭਾਵੇਂ ਮੈਂ ਮਰ ਜਾਵਾਂ ਉਹ ਵੀ ਪ੍ਰਭੂ ਦੇ ਲਈ ਹਨ, ਭਾਵੇਂ ਮੈਂ ਜੀਵਾਂ ਉਹ ਵੀ ਪ੍ਰਭੂ ਦੇ ਲਈ ਹਨ, ਮੈਂ ਜੀਣਾ ਜਾਂ ਮਰਨਾ ਉਹ ਮੇਰੇ ਪ੍ਰਭੂ ਦੇ ਲਈ ਹਨ। ਇਸ ਲਈ ਸਾਡੇ ਜੀਵਨ ਪ੍ਰਭੂ ਦੇ ਲਈ ਹਨ, ਪ੍ਰਭੂ ਯੇਸ਼ੂ ਦੇ ਲਈ ਹਨ। ਤੇ ਪ੍ਰਭੂ ਯੇਸ਼ੂ ਨੇ ਆਪਣੇ ਜੀਵਨ ਦੇ ਵਿੱਚ ਉਸ ਉੱਤੇ ਸਤਾਉਣ ਵਾਲੇ ਨੂੰ ਮਾਫ ਕੀਤੇ ਹਨ, ਇਸ ਲਈ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਮਾਫੀ ਦੇਣਾ ਹੈ। ਤੇ ਅੰਜੀਲ ਦੇ ਰਾਹੀਂ ਪ੍ਰਭੂ ਯੇਸ਼ੂ ਸਾਨੂੰ ਦੱਸਦਾ ਹੈ ਕਿ ਅਸੀਂ ਕਿੰਨੇ ਕੁ ਵਾਰੀ ਮਾਫ ਕਰਨਾ ਹੈ, ਅਤੇ ਜੇਕਰ ਅਸੀਂ ਮਾਫ ਨਹੀਂ ਕਰੇਗਾ ਤਾਂ ਸਾਡਾ ਕੀ ਹੋਵੇਗਾ। ਇਹ ਗੱਲ ਅੱਜ ਦੇ ਅੰਜੀਲ ਦੇ ਰਾਹੀਂ ਪ੍ਰਭੂ ਯੇਸ਼ੂ ਸਾਨੂੰ ਦੱਸਦਾ ਹੈ। ਹਾਲੇਲੂਇਆ। ਅੰਜੀਲ ਦੇ ਵਿੱਚ ਅਸੀਂ ਸੁਣਿਆ ਹੈ ਕਿ ਪ੍ਰਭੂ ਯੇਸ਼ੂ ਦੇ ਚੇਲੇ ਪਤਰਸ ਪ੍ਰਭੂ ਯੇਸ਼ੂ ਨੂੰ ਪੁੱਛਦਾ ਹੈ ਕਿ ਪ੍ਰਭੂ ਮੈਂ ਕਿੰਨੇ ਕੁ ਵਾਰੀ ਮਾਫ ਕਰਨਾ ਹੈ? 70 ਵਾਰ, ਕਿਉਂਕਿ ਯਹੂਦੀ ਲੋਕਾਂ ਦੇ ਨਿਯਮ ਦੇ ਅਨੁਸਾਰ ਉਹਨਾਂ ਨੇ ਯਹੂਦੀਆਂ ਨੂੰ 7 ਵਾਰ ਮਾਫ ਕਰਨਾ ਹੈ ਜੇਕਰ ਕੋਈ ਉਹਦੇ ਵਿਰੁੱਧ ਅਪਰਾਧ ਕਰਦੇ ਹਾਂ। ਪਰ ਉਹ ਗੈਰ ਯਹੂਦੀ ਹੈ ਤਾਂ ਉਹਨਾਂ ਨੂੰ ਕੋਈ ਮਾਫੀ ਨਹੀਂ ਦਿੰਦੇ ਹਾਂ, ਪਰ ਯਹੂਦੀ ਲੋਕਾਂ ਦੇ ਲਈ ਉਹਨਾਂ ਨੇ ਮਾਫੀ 7 ਵਾਰ ਦਿੰਦਾ ਹੈ। ਇਸ ਲਈ ਪਤਰਸ ਪੁੱਛਦਾ ਹੈ ਕਿ ਪ੍ਰਭੂ ਮੈਂ ਕਿੰਨੇ ਕੁ ਵਾਰ ਮਾਫ ਕਰਨਾ ਹੈ? 7 ਵਾਰ। ਪਰ ਪ੍ਰਭੂ ਯਿਸੂ ਮਸੀਹ ਉੱਥੇ ਉਹਨਾਂ ਨੂੰ ਇੱਕ ਨਵਾਂ ਸਿੱਖਿਆ ਦਿੰਦਾ ਹੈ। ਉਹ ਸਿੱਖਿਆ ਹੈ 7 ਦੇ 70 ਵਾਰ। ਹਾਲੇਲੂਇਆ, ਹਾਲੇਲੂਇਆ। ਪ੍ਰਭੂ ਯਿਸੂ ਮਸੀਹ ਇਹ ਗੱਲ ਦੱਸਣ ਦਾ ਵੀ ਇੱਕ ਕਾਰਨ ਹੈ। ਉਹਦੇ ਲਈ ਅਸੀਂ ਉਤਪੱਤੀ ਦੇ ਗ੍ਰੰਥ ਦੇ ਵਿੱਚ ਜਾਣਾ ਹੈ। ਉਤਪੱਤੀ ਦੇ ਗ੍ਰੰਥ ਉਹਦਾ 4 ਬਾਪ ਦੇ 24 ਐਤ ਦੇ ਵਿੱਚ ਲਿਖਿਆ ਹੈ। ਉਹਦੇ ਵਿੱਚ ਜੋ ਕੈਨ ਦੇ ਖਾਨਦਾਨ ਦੇ ਵਿੱਚ ਹਨ, ਇੱਕ ਆਦਮੀ ਹੈ ਲਾਮਕ। ਲਾਮਕ ਆਪਣੇ ਪਤਨੀ ਅਤੇ ਬੱਚਿਆਂ ਨੂੰ ਇੱਕ ਗੱਲ ਦੱਸਦਾ ਹੈ, ਜੇਕਰ ਮੇਰੇ ਪਰਿਵਾਰ ਦੇ ਵਿੱਚੋਂ ਕਿਸੇ ਦੇ ਉੱਤੇ ਕੋਈ ਕੁਝ ਕਰਦੇ ਹਾਂ, ਮੈਂ ਉਹਨਾਂ ਦੇ ਉੱਤੇ ਬਦਲਾ ਲੈਣਾ ਹੈ। ਉਹ ਕਿੰਨੇ ਕੁ ਵਾਰ ਬਦਲਾ ਲੈਣਾ ਹੈ ਉਹ ਲਿਖਿਆ ਹੈ ਉਤਪੱਤੀ ਦੇ ਗ੍ਰੰਥ ਉਹਦੇ 4 ਬਾਬ ਦੇ 24 ਐਤ ਦੇ ਵਿੱਚ। ਉਹਦੇ ਵਿੱਚ ਲਿਖਿਆ ਹੈ, ਜੇਕਰ ਕੈਨ ਦੇ ਮਾਰਨ ਵਾਲਿਆਂ ਉੱਤੇ 7 ਗੁਣਾ ਬਦਲਾ ਲਿਆ ਜਾਵੇਗਾ ਤਾਂ ਮੇਰੇ ਮਾਰਨ ਵਾਲੇ ਉੱਤੇ 70 ਗੁਣਾ ਬਦਲਾ ਲਿਆ ਜਾਵੇਗਾ। ਜੇਕਰ ਕੈਨ ਦੇ ਉੱਤੇ 7 ਗੁਣਾ ਬਦਲਾ ਲਵੇਗਾ ਤਾਂ ਮੇਰੇ ਮਾਰਨ ਵਾਲਿਆਂ ਉੱਤੇ 70 ਗੁਣਾ ਬਦਲਾ ਲਿਆ ਜਾਵੇਗਾ। 70 ਗੁਣਾ ਬਦਲਾ ਲੈਣ ਦੇ ਬਾਰੇ ਉੱਤੇ ਦੱਸਿਆ ਹੈ। ਅਤੇ ਪ੍ਰਭੂ ਯਿਸੂ ਮਸੀਹ ਉਸੇ ਗੱਲ ਨੂੰ ਇੱਥੇ ਆਪਣੇ ਚੇਲਿਆਂ ਨੂੰ ਵੀ ਦੱਸਦਾ ਹੈ ਕਿ ਅਸੀਂ ਕਿੰਨੇ ਕੁ ਵਾਰੀ ਮਾਫੀ ਦੇਣਾ ਹੈ। ਅਸੀਂ ਆਪਣੇ ਜੀਵਨ ਦੇ ਵਿੱਚ 7 ਦੇ 70 ਵਾਰੀ ਮਾਫੀ ਦੇਣਾ ਹੈ। ਇਸ ਦਾ ਅਰਥ ਹੈ ਹਮੇਸ਼ਾ ਅਸੀਂ ਮਾਫੀ ਦਿੰਦੇ ਰਹਿਣਾ ਹੈ। ਜੋ ਕੋਈ ਸਾਡੇ ਉੱਤੇ ਅਪਰਾਧ ਕਰਦੇ ਹਾਂ, ਸਾਡੇ ਵਿਰੁੱਧ ਪਾਪ ਕਰਦੇ ਹਾਂ, ਉਹਨਾਂ ਹਰ ਇੱਕ ਨੂੰ ਅਸੀਂ ਹਮੇਸ਼ਾ ਮਾਫੀ ਦੇਣਾ ਹੈ। ਲੂਕਾ ਦੇ ਅੰਜੀਲ ਉਹਦਾ 17 ਬਾਬ ਦੇ 4 ਐਤ ਦੇ ਵਿੱਚ ਇਸੇ ਤਰ੍ਹਾਂ ਲਿਖਿਆ ਹੈ, ਰੋਜ਼ 7 ਵਾਰ ਅਸੀਂ ਮਾਫ ਕਰਨਾ ਹੈ। ਲਈ ਅਸੀਂ ਆਪਣੇ ਜੀਵਨ ਦੇ ਵਿੱਚ ਜੋ ਵੀ ਸਾਡੇ ਵਿਰੁੱਧ ਪਾਪ ਕਰਦੇ ਹਾਂ, ਅਪਰਾਧ ਕਰਦੇ ਹਾਂ, ਉਹਨਾਂ ਨੂੰ ਅਸੀਂ ਹਮੇਸ਼ਾ ਮਾਫੀ ਦੇਣ ਦੇ ਲਈ ਪ੍ਰਭੂ ਸਾਨੂੰ ਦੱਸਦਾ ਹੈ। ਤੇ ਅੱਜ ਦੇ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਇੱਕ ਰੂਪਕ ਦਾ ਵੀ ਦੱਸਦਾ ਹੈ ਕਿ 2 ਨੌਕਰਾਂ ਦੇ ਰਾਜਾ ਦੇ ਆਪਣੇ ਨੌਕਰ ਨੂੰ ਮਾਫੀ ਦਿੰਦਾ ਹੈ ਅਤੇ ਉਹ ਨੌਕਰ ਗਾ ਆਪਣੇ ਨੌਕਰ ਨੂੰ ਮਾਫੀ ਨਹੀਂ ਦਿੰਦਾ ਹੈ। ਪਹਿਲਾ ਨੌਕਰ 10,000 ਦਿਨਾਰਾ ਰਾਜੇ ਨੂੰ ਦੇਣਾ ਸੀ, ਦੂਸਰਾ ਨੌਕਰ ਉਸ ਨੂੰ 100 ਦਿਨਾਰਾ ਦੇਣਾ ਸੀ। ਤੇ ਪ੍ਰਭੂ ਯਿਸੂ ਮਸੀਹ ਦੇ ਸਾਹਮਣੇ ਇੱਕ ਦਿਨ ਦਾ ਦਿਹਾੜੀ ਸੀ 1 ਦਿਨਾਰ, ਅਤੇ ਹੁਣ ਤੁਸੀਂ ਵੇਖ ਲਓ ਕਿੰਨੇ ਕੁ ਹੋਵੇਗਾ 10,000 ਦਿਨਾਰ, ਮਤਲਬ ਉਹ ਹੁਣ ਕਰੋੜਾਂ ਦੇ ਗਿਣਤੀ ਵਿੱਚ ਹਨ ਸਾਡੇ ਇਹਦੇ ਗਿਣਤੀ ਵਿੱਚ। ਅਤੇ ਜਿਹੜੇ 100 ਦਿਨਾਰ ਹੈ ਤਕਰੀਬਨ 3,000 ਰੁਪਏ ਹੋਵੇਗਾ, ਪਰ ਦੂਸਰਾ 3 ਕਰੋੜ ਰੁਪਇਆ ਹੋਵੇਗਾ। ਇਤਨਾ ਫਰਕ ਸੀ। ਰਾਜਾ ਨੇ ਆਪਣੇ ਨੌਕਰ ਨੂੰ ਜਦੋਂ ਉਸਨੇ ਮਿਹਨਤ ਕੀਤੀ ਹੈ, ਮਾਲਿਕ ਮੈਨੂੰ ਕੁਝ ਹੋਰ ਵਕਤ ਦਿਓ, ਅਤੇ ਰਾਜਾ ਨੇ ਉਸ ਨੂੰ ਸਮਾਂ ਦੇ ਦਿੱਤੇ ਹਨ। ਪਰ ਗਾ ਉਸ ਨੌਕਰ ਦੇ ਅੱਗੇ ਉਸਦੇ ਨੌਕਰ ਨੇ ਆ ਕੇ ਮੰਗ ਕੀਤੀ ਹੈ, ਮਾਲਿਕ ਮੈਨੂੰ ਵੀ ਕੁਝ ਵਕਤ ਦਿਓ,
ਅਤੇ ਉਸੇ ਵਕਤ ਉਸਨੇ ਉਸ ਨੂੰ ਮਾਫ ਕਰਨ ਦੇ ਲਈ ਤਿਆਰ ਨਹੀਂ ਸੀ, ਉਸ ਨੂੰ ਕੈਦਖਾਨੇ ਵਿੱਚ ਸੁੱਟ ਦਿੱਤੇ ਹਨ। ਅਤੇ ਜਦੋਂ ਰਾਜਾ ਨੂੰ ਪਤਾ ਲੱਗਿਆ ਹੈ ਕਿ ਉਸਨੇ ਉਸੇ ਵਕਤ ਉਸ ਨੂੰ ਵੀ ਫਿਰ ਜੋ ਮਾਫ ਕੀਤਾ ਸੀ ਉਹ ਵਾਪਸ ਲੈ ਲਿਆ ਹੈ ਅਤੇ ਉਸ ਨੂੰ ਵੀ ਫੜ ਕੇ ਕੈਦਖਾਨੇ ਵਿੱਚ ਸੁੱਟ ਦਿੱਤੇ ਹਨ। ਤੇ ਪ੍ਰਭੂ ਯਿਸੂ ਮਸੀਹ ਸਾਨੂੰ ਕਹਿੰਦਾ ਹੈ ਕਿ ਆਸਮਾਨੀ ਬਾਪ ਵੀ ਤੁਹਾਡੇ ਵਿੱਚ ਹਰ ਇੱਕ ਨਾਲ ਇਸੇ ਤਰ੍ਹਾਂ ਕਰੇਗਾ ਜੇਕਰ ਤੁਸੀਂ ਆਪਣੇ ਭਰਾ ਨੂੰ ਆਪਣੇ ਦਿਲੋਂ ਮਾਫ ਨਾ ਕਰੇ। ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਮਾਫ ਨਹੀਂ ਕਰੇਗਾ ਤਾਂ ਸਾਡੇ ਆਸਮਾਨੀ ਬਾਪ ਵੀ ਸਾਡੇ ਨਾਲ ਇਸ ਤਰ੍ਹਾਂ ਕਰੇਗਾ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਖੁਦਾ ਦਾ ਸੰਦੇਸ਼ ਕੀ ਹੈ ਅੱਜ ਅਸਾਂ ਸਾਰਿਆਂ ਦੇ ਲਈ। ਅਸੀਂ ਸਾਰੇ ਹੁਣ ਸਾਡੇ ਉਮਰ ਦੇ ਚੰਗੇ ਸਮੇਂ ਵਿੱਚ ਹਨ। ਜਵਾਨੀ ਦਾ ਸਮਾਂ ਹੈ ਸਭ ਤੋਂ ਅਹਿਮ ਸਮਾਂ ਆਪਣੇ ਜੀਵਨ ਦੇ ਵਿੱਚ, ਅਤੇ ਇਸ ਸਮੇਂ ਜੋ ਵੀ ਫੈਸਲਾ ਅਸੀਂ ਲੈਂਦੇ ਹਾਂ ਉਹ ਸਾਡੇ ਜੀਵਨ ਦੇ ਆਖਰੀ ਘੜੀ ਤੱਕ ਵਿੱਚ ਸਾਡੇ ਨਾਲ ਰਹਿਣਾ ਹੈ। ਇਹ ਸਾਡੇ ਬਜ਼ੁਰਗਾਂ ਨੂੰ ਤੁਸੀਂ ਪੁੱਛ ਕੇ ਦੇਖ ਲਓ, ਜਾਂ ਤੁਹਾਡੇ ਤੋਂ ਵੱਡੇ ਹਨ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖ ਲਓ। ਇਸ ਉਮਰ ਦਾ ਕਦਰਾ ਇਹੀ ਹੈ। ਸਾਨੂੰ ਇਸ ਸਮਾਂ ਪਤਾ ਨਹੀਂ ਲੱਗਦਾ ਹੈ ਸਾਡਾ ਇਸ ਉਮਰ ਦਾ ਕੀਮਤੀ ਕਿੰਨੇ ਕੁ ਹਨ, ਇਹ ਬਾਅਦ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ। ਇਸ ਲਈ ਇਸ ਉਮਰ ਜਵਾਨੀ ਦਾ ਸਮਾਂ ਜਿਹੜੇ 18 ਸਾਲ ਤੋਂ ਲੈ ਕੇ 30 ਸਾਲ ਤੱਕ ਹਨ, ਅਤੇ ਇਸ ਸਮੇਂ ਦੀ ਉਮਰ ਦੇ ਵਿੱਚ ਜੋ ਵੀ ਫੈਸਲਾ ਅਸੀਂ ਲੈਂਦੇ ਹਾਂ, ਜੋ ਵੀ ਅਸੀਂ ਕਦਮ ਚੁੱਕਦੇ ਹਾਂ, ਉਹ ਸਾਡੇ ਜੀਵਨ ਦੇ ਵਿੱਚ ਸਾਡੇ ਨਾਲ ਰਹਿਣਾ ਹੈ, ਉਹਦੇ ਅਨੁਸਾਰ ਹੋਵੇਗਾ ਸਾਡੇ ਆਉਣ ਵਾਲੇ ਜੀਵਨ। ਅਤੇ ਇਸ ਸਮੇਂ ਵਿੱਚ ਸਾਡੇ ਜੀਵਨ ਦੇ ਵਿੱਚ ਸਾਨੂੰ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ ਜੋ ਅੱਜ ਦੇ ਅੰਜੀਲ ਦੇ ਵਿੱਚ ਸਾਨੂੰ ਦੱਸਿਆ ਹੈ, ਉਹੀ ਹੈ ਮਾਫੀ ਦੇਣਾ। ਮਾਫੀ ਦੇਣ ਦੇ ਰਾਹੀਂ ਸਾਨੂੰ ਮਾਫੀ ਮਿਲਦਾ ਹੈ। ਇਸ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਸਾਰੇ ਖੁਦਾ ਦੇ ਸਾਹਮਣੇ ਕਰਜ਼ਦਾਰ ਹਾਂ। ਸਾਡਾ ਜੀਵਨ, ਸਾਡਾ ਪਰਿਵਾਰ, ਸਾਡੇ ਮਾਂ-ਬਾਪ, ਸਾਡੇ ਜ਼ਿੰਦਗੀ ਦੇ ਹਾਲਤ, ਸਾਡੇ ਰੰਗ ਰੂਪ, ਜੋ ਕੁਝ ਵੀ ਹਨ, ਇਹ ਸਭ ਕੁਝ ਖੁਦਾ ਦਾ ਦੇਣ ਹੈ। ਜੋ ਕੁਝ ਵੀ ਹੁਣ ਸਾਡੇ ਕੋਲ ਹਨ ਉਹ ਸਭ ਕੁਝ ਖੁਦਾ ਦਾ ਦੇਣ ਹੈ। ਖੁਦਾ ਨੇ ਸਭ ਕੁਝ ਸਾਨੂੰ ਦੇ ਦਿੱਤੇ ਹਨ। ਇਸ ਲਈ ਅਸੀਂ ਖੁਦਾ ਦੇ ਸਾਹਮਣੇ ਕਰਜ਼ਦਾਰ ਹਾਂ। ਅਸੀਂ ਖੁਦ ਨਹੀਂ ਬਣਾਏ ਹਨ, ਖੁਦਾ ਨੇ ਸਾਨੂੰ ਜੀਵਨ ਦਿੱਤਾ ਹੈ, ਸਾਡੇ ਪਰਿਵਾਰ ਦਿੱਤੀ ਹੈ, ਸਾਨੂੰ ਸਾਡਾ ਘਰ ਦਿੱਤੇ ਹਨ, ਇਸ ਪੈਰਿਸ਼ ਖੁਦਾ ਨੇ ਸਾਨੂੰ ਦਿੱਤੇ ਹਨ, ਸਾਡੇ ਮਾਂ-ਬਾਪ ਨੇ ਖੁਦਾ ਨੂੰ ਦਿੱਤੇ ਹਨ, ਇਹ ਸਭ ਕੁਝ ਖੁਦਾ ਨੇ ਸਾਨੂੰ ਦਿੱਤਾ ਹੈ। ਇਸ ਲਈ ਅਸੀਂ ਖੁਦਾ ਦੇ ਸਾਹਮਣੇ ਕਰਜ਼ਦਾਰ ਹਾਂ। ਅਤੇ ਇਹ ਕਰਜ਼ਦਾਰ ਅਸੀਂ ਆਪਣੇ ਮਰਜ਼ੀ ਦੇ ਮੁਤਾਬਿਕ ਅਸੀਂ ਇਸਤੇਮਾਲ ਕੀਤੇ ਹਨ। ਕਦੀ ਵੀ ਅਸੀਂ ਖੁਦਾ ਦੇ ਮਰਜ਼ੀ ਨਹੀਂ ਵੇਖਿਆ ਹੈ, ਪਰ ਅਸੀਂ ਆਪਣੇ ਮਰਜ਼ੀ ਦੇ ਰਾਹ ਹੀ ਅਸੀਂ ਇਸਤੇਮਾਲ ਕੀਤੇ ਹਨ। ਪਰ ਖੁਦਾ ਨੇ ਹਮੇਸ਼ਾ ਸਾਨੂੰ ਮਾਫੀ ਦਿੱਤਾ ਹੈ। ਇਸ ਲਈ ਜਦੋਂ ਵੀ ਅਸੀਂ ਪਾਪ ਕੀਤੇ ਹਨ, ਖੁਦਾ ਦੇ ਆਗਿਆਵਾਂ ਦੀ ਉਲੰਘਣਾ ਕੀਤੀ ਹੈ, ਉਸ ਸਮੇਂ ਖੁਦਾ ਨੇ ਸਾਨੂੰ ਮਾਫ ਕੀਤੇ ਹਨ। ਤੀਸਰੀ ਗੱਲ ਇਹੀ ਹੈ ਕਿ ਅਸੀਂ ਦੂਸਰਿਆਂ ਨੂੰ ਮਾਫੀ ਦੇਣਾ ਜ਼ਰੂਰੀ ਹੈ। ਆਪਣੇ ਜੀਵਨ ਦੇ ਵਿੱਚ ਆਪਣੇ ਭੈਣ ਭਰਾਵਾਂ ਨੂੰ ਵੀ ਮਾਫੀ ਦੇਣਾ ਜ਼ਰੂਰੀ ਹੈ, ਕਿਉਂਕਿ ਉਸ ਦੇ ਰਾਹੀਂ ਸਾਨੂੰ ਖੁਦਾ ਦੇ ਕੋਲੋਂ ਮਾਫੀ ਮਿਲਦਾ ਹੈ। ਇਸ ਲਈ 4 ਗੱਲਾਂ ਖੁਦਾ ਨੇ ਅੱਜ ਦੇ ਅੰਜਿਲ ਦੇ ਰਾਹੀਂ ਸਾਨੂੰ ਦੱਸਦਾ ਹੈ। ਖੁਦਾ ਦੇ ਸਾਹਮਣੇ ਅਸੀਂ ਕਰਜ਼ਦਾਰ ਹਾਂ, ਅਸੀਂ ਖੁਦਾ ਦੇ ਵਿਰੁੱਧ ਪਾਪ ਕੀਤੇ ਹਨ, ਫਿਰ ਵੀ ਖੁਦਾ ਨੇ ਸਾਨੂੰ ਮਾਫੀ ਦੇ ਦਿੱਤਾ ਹੈ। ਅਸੀਂ ਦੂਸਰਿਆਂ ਨੂੰ ਮਾਫੀ ਦੇਣਾ ਜ਼ਰੂਰੀ ਹੈ, ਕਿਉਂਕਿ ਉਸ ਦੇ ਰਾਹੀਂ ਖੁਦਾ ਸਾਨੂੰ ਵੀ ਮਾਫੀ ਦਿੰਦਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹੁਣ ਸਵਾਲ ਉੱਠਦਾ ਹੈ, ਅਸੀਂ ਕਿਉਂ ਆਪਣੇ ਜੀਵਨ ਦੇ ਵਿੱਚ ਦੂਸਰਿਆਂ ਨੂੰ ਮਾਫੀ ਦੇਣਾ ਹੈ? ਅਸੀਂ ਕਿਉਂ ਆਪਣੇ ਭੈਣ ਭਰਾਵਾਂ ਨੂੰ ਮਾਫੀ ਦੇਣਾ ਹੈ? ਜੋ ਸਾਡੇ ਵਿਰੁੱਧ ਪਾਪ ਕਰਦੇ ਹਾਂ, ਅਪਰਾਧ ਕਰਦੇ ਹਾਂ, ਅਸੀਂ ਉਹਨਾਂ ਨੂੰ ਕਿਉਂ ਮਾਫੀ ਦੇਣਾ ਹੈ? ਜੇਕਰ ਅਸੀਂ ਉਹਨਾਂ ਨੂੰ ਮਾਫੀ ਨਹੀਂ ਦਿੰਦੇ ਹਾਂ ਤਾਂ ਸਾਡੇ ਜੀਵਨ ਦੇ ਵਿੱਚ ਕੀ ਹੋਵੇਗਾ, ਸਾਨੂੰ ਕੀ ਹੋਵੇਗਾ? ਉਹਦੇ ਲਈ ਅਸੀਂ ਬਾਈਬਲ ਦੇ ਵਿੱਚ ਬਹੁਤ ਸਾਰੇ ਉਦਾਹਰਣਾਂ ਹਨ, ਗੱਲਾਂ ਹਨ। ਜੇਕਰ ਅਸੀਂ ਦੂਸਰਿਆਂ ਨੂੰ ਮਾਫੀ ਨਹੀਂ ਦਿੰਦੇ ਹਾਂ ਤਾਂ ਸਾਡਾ ਕੀ ਹੋਵੇਗਾ? ਜਾਂ ਸਾਨੂੰ ਮਾਫੀ ਦੇਣ ਦੇ ਰਾਹੀਂ ਸਾਨੂੰ ਕੀ ਮਿਲੇਗਾ, ਖੁਦਾ ਦੇ ਕੋਲੋਂ ਕੀ ਮਿਲੇਗਾ? ਬਾਈਬਲ ਦੇ ਵਿੱਚ ਲਿਖਿਆ ਹੈ, ਜੇਕਰ ਅਸੀਂ ਮਾਫੀ ਨਹੀਂ ਦਿੰਦੇ ਹਾਂ ਤਾਂ ਸਭ ਤੋਂ ਪਹਿਲਾ ਹੈ ਕਿ ਸਾਨੂੰ ਮਾਫੀ ਨਹੀਂ ਮਿਲੇਗਾ। ਮੱਤੀ ਦੇ ਅੰਜੀਲ ਉਹਦਾ 6 ਬਾਬ ਦੇ 14 ਅਤੇ 15 ਐਤ ਦੇ ਵਿੱਚ ਲਿਖਿਆ ਹੈ। ਪ੍ਰਭੂ ਯਿਸੂ ਮਸੀਹ ਨੇ ਇਹ ਸਾਡੇ ਬਾਪ ਦੇ ਪ੍ਰਾਰਥਨਾ ਦੇ ਸਿਖਾਉਣ ਦੇ ਬਾਅਦ ਉਹਨਾਂ ਨੂੰ ਚੇਲਿਆਂ ਨੂੰ ਦੱਸਿਆ ਹੈ, ਜੇਕਰ ਤੁਸੀਂ ਦੂਸਰਿਆਂ ਦੇ ਪਾਪ ਮਾਫ ਕਰੋਗੇ ਤਾਂ ਤੁਹਾਡਾ ਵੀ ਪਾਪ ਮਾਫ ਕੀਤੇ ਜਾਣਗੇ। ਜੇਕਰ ਅਸੀਂ ਦੂਸਰਿਆਂ ਨੂੰ ਮਾਫੀ ਨਹੀਂ ਦਿੰਦੇ ਹਾਂ ਤਾਂ ਸਾਨੂੰ ਮਾਫੀ ਨਹੀਂ ਮਿਲੇਗਾ। ਦੂਸਰੀ ਗੱਲ ਇਹ ਹੈ ਕਿ ਜੇਕਰ ਅਸੀਂ ਪਾਪ ਮਾਫ ਨਹੀਂ ਕਰਦੇ ਹਾਂ
ਤਾਂ ਸਾਡੇ ਪ੍ਰਾਰਥਨਾ ਖੁਦਾ ਦੇ ਕੋਲ ਨਹੀਂ ਪਹੁੰਚੇਗਾ। ਖੁਦਾ ਦੇ ਕੋਲ ਆਪਣਾ ਪ੍ਰਾਰਥਨਾ ਪਹੁੰਚਣ ਦੇ ਲਈ ਜਾਂ ਖੁਦਾ ਸਾਡੇ ਵਿੱਚ ਆਉਣ ਦੇ ਲਈ ਅਸੀਂ ਦੂਸਰਿਆਂ ਨੂੰ ਮਾਫੀ ਦੇਣਾ ਹੈ, ਆਪਣੇ ਭੈਣ ਭਰਾਵਾਂ ਦੇ ਨਾਲ ਮੇਲ ਵਰਤਨ ਰੱਖਣਾ ਹੈ, ਉਹਨਾਂ ਦੇ ਨਾਲ ਇਕੱਠੇ ਹੋ ਕੇ ਪ੍ਰਾਰਥਨਾ ਕਰਨ ਦੇ ਰਾਹ ਹੀ ਪ੍ਰਭੂ ਸਾਡੇ ਵਿੱਚ ਆਉਂਦਾ ਹੈ। ਇਸ ਲਈ ਖੁਦਾ ਦਾ ਵਚਨ ਸਾਨੂੰ ਕਹਿੰਦਾ ਹੈ, ਇੱਕ ਜਾਂ ਦੋ ਜਿਹਨੇ ਇਕੱਠੇ ਹੋ ਕੇ ਖੁਦਾ ਦੇ ਕੋਲੋਂ ਮੰਗੋਗੇ ਤਾਂ ਮੈਂ ਉਹਨਾਂ ਦੇ ਪ੍ਰਾਰਥਨਾ ਦਾ ਉੱਤਰ ਦੇਵਾਂਗਾ। ਮੱਤੀ ਦੇ ਅੰਚਲ 18 ਬਾਬ ਦੇ 19 ਅਤੇ 20 ਇਹਦੇ ਵਿੱਚ ਲਿਖਿਆ ਹੈ, 2 ਜਾਂ 3 ਮੇਰੇ ਨਾਮ ਦੇ ਇਕੱਠੇ ਹੋ ਕੇ ਪ੍ਰਾਰਥਨਾ ਕਰਦੇ ਹਨ ਤਾਂ ਮੇਰੀ ਪ੍ਰਾਰਥਨਾ ਸੁਣੇਗਾ। ਇਸ ਲਈ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਮੇਲ ਵਰਤਨ ਰੱਖਣਾ ਹੈ, ਉਹਨਾਂ ਨੂੰ ਮਾਫੀ ਦੇਣਾ ਹੈ ਅਤੇ ਉਹਨਾਂ ਦੇ ਨਾਲ ਮਿਲ ਕੇ ਅਸੀਂ ਆਪਣੇ ਜੀਵਨ ਦੇ ਵਿੱਚ ਇੱਕ ਦੂਸਰੇ ਨਾਲ ਮਿਲ ਕੇ ਅਸੀਂ ਪ੍ਰਾਰਥਨਾ ਕਰਨਾ ਹੈ ਤਾਂ ਸਾਡੀ ਪ੍ਰਾਰਥਨਾ ਖੁਦਾ ਦੇ ਕੋਲ ਪਹੁੰਚੇਗਾ। ਤੀਸਰੀ ਗੱਲ ਇਹ ਹੈ ਕਿ ਜੇਕਰ ਅਸੀਂ ਮਾਫੀ ਨਹੀਂ ਦਿੰਦੇ ਹਾਂ ਤਾਂ ਸਾਡਾ ਚੜਾਵਾ ਪ੍ਰਭੂ ਕਬੂਲ ਨਹੀਂ ਕਰੇਗਾ। ਜੋ ਕੁਝ ਵੀ ਅਸੀਂ ਪ੍ਰਭੂ ਦੇ ਅੱਗੇ ਚੜਾਉਂਦੇ ਹਾਂ, ਦਾਨ ਦਿੰਦੇ ਹਾਂ ਆਪਣੇ ਨੇਕ ਕਮਾਈ ਦੇ ਵਿੱਚੋਂ, ਪ੍ਰਭੂ ਉਸ ਨੂੰ ਸਵੀਕਾਰ ਨਹੀਂ ਕਰੇਗਾ। ਮੱਤੀ ਦੇ ਅੰਚਲ 5 ਬਾਬ ਦੇ 23 ਅਤੇ 24 ਇਹਦੇ ਵਿੱਚ ਲਿਖਿਆ ਹੈ, ਜੇਕਰ ਤੁਸੀਂ ਬਲੀ ਚੜਾਉਣ ਦੇ ਆਉਂਦੇ ਹਾਂ ਅਤੇ ਉਸ ਸਮੇਂ ਤੁਹਾਨੂੰ ਚੇਤੇ ਆਉਂਦੇ ਹਾਂ ਕਿ ਤੁਹਾਡੇ ਭਰਾ ਦੇ ਵਿਰੁੱਧ ਤੁਹਾਡੇ ਮਨ ਦੇ ਵਿੱਚ ਕੋਈ ਗਿਲਾ ਹੈ ਤਾਂ ਆਪਣੇ ਬਲੀ ਦਾ ਵਸਤੂ ਉੱਤੇ ਛੱਡ ਕੇ ਜਾ ਕੇ ਪਹਿਲਾਂ ਸਲਾਹ ਕਰੋ, ਫਿਰ ਆ ਕੇ ਬਲੀ ਚੜਾਉਣ ਦੇ ਲਈ ਖੁਦਾ ਦਾ ਵਚਨ ਸਾਨੂੰ ਕਹਿੰਦਾ ਹੈ। ਇਸ ਲਈ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਮੇਲ ਵਰਤਨ ਰੱਖਣਾ ਹੈ, ਉਹਨਾਂ ਦੇ ਨਾਲ ਉਹਨਾਂ ਨੂੰ ਮਾਫੀ ਦੇਣਾ ਹੈ ਤਾਂ ਪ੍ਰਭੂ ਸਾਡੇ ਚੜਾਵੇ ਨੂੰ ਕਬੂਲ ਕਰੇਗਾ। ਚੌਥੀ ਗੱਲ ਇਹ ਹੈ ਕਿ ਜੇਕਰ ਅਸੀਂ ਆਪਣੇ ਭੈਣ ਭਰਾਵਾਂ ਨੂੰ ਮਾਫੀ ਨਹੀਂ ਦਿੰਦੇ ਹਾਂ ਤਾਂ ਸਾਨੂੰ ਸਵਰਗ ਰਾਜ ਦੇ ਵਿੱਚ ਨਹੀਂ ਪਹੁੰਚ ਸਕਦੇ ਹਾਂ। ਮੱਤੀ ਦੇ ਅੰਜਿਲ 5 ਬਾਬ ਦੇ 7 ਇਹਦੇ ਵਿੱਚ ਲਿਖਿਆ ਹੈ, ਧੰਨ ਹੈ ਉਹ ਲੋਕ ਜੋ ਦਇਆਵਾਨ ਹਨ ਤਾਂ ਉਹਨਾਂ ਨੂੰ ਦਇਆ ਕੀਤੀ ਜਾਵੇਗੀ। ਪ੍ਰਭੂ ਯਿਸੂ ਸਾਨੂੰ ਕਹਿੰਦਾ ਹੈ, ਧੰਨ ਉਹ ਲੋਕ ਜੋ ਦਇਆਵਾਨ ਹਨ ਉਹਨਾਂ ਨੂੰ ਵੀ ਦਇਆ ਦਿੱਤੀ ਜਾਵੇਗੀ। ਇਸ ਲਈ ਅਸੀਂ ਆਪਣੇ ਭੈਣ ਭਰਾਵਾਂ ਨੂੰ ਦਇਆ ਦੇਣਾ ਹੈ, ਦਿਖਾਉਣਾ ਹੈ, ਮਾਫੀ ਦੇਣਾ ਹੈ ਤਾਂ ਸਾਨੂੰ ਮਾਫੀ ਮਿਲੇਗਾ। ਅਤੇ ਅੱਜ ਦੇ ਅੰਜਿਲ ਦੇ ਵਿੱਚ ਵੀ ਅਸੀਂ ਸੁਣਿਆ ਹੈ ਕਿ 35 ਇਹਦੇ ਵਿੱਚ ਆਸਮਾਨੀ ਬਾਪ ਵੀ ਤੁਹਾਡੇ ਵਿੱਚ ਹਰ ਇੱਕ ਨਾਲ ਇਸੇ ਤਰ੍ਹਾਂ ਕਰੇਗਾ ਜੇਕਰ ਤੁਸੀਂ ਆਪਣੇ ਭਰਾ ਨੂੰ ਆਪਣੇ ਦਿਲੋਂ ਮਾਫ ਨਾ ਕਰੇਗਾ। ਜੇਕਰ ਅਸੀਂ ਮਾਫ ਨਹੀਂ ਕਰੇਗਾ ਤਾਂ ਸਾਨੂੰ ਸਵਰਗ ਰਾਜ ਦੇ ਵਿੱਚ ਨਹੀਂ ਪਹੁੰਚ ਸਕਦੇ ਹਾਂ, ਆਸਮਾਨੀ ਬਾਪ ਦੇ ਕੋਲੋਂ ਖੁਦਾ ਦੇ ਬਰਕਤਾਂ ਅਤੇ ਆਸ਼ੀਸ਼ਾਂ ਨਹੀਂ ਮਿਲੇਗਾ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਅਸੀਂ ਹਮੇਸ਼ਾ ਆਪਣੇ ਭੈਣ ਭਰਾਵਾਂ ਨੂੰ ਮਾਫੀ ਦੇਣਾ ਹੈ। ਉਹਦਾ ਕਾਰਨ ਇਹੀ ਹੈ ਕਿ ਅਸੀਂ ਖੁਦਾ ਦੇ ਸਾਹਮਣੇ ਕਰਜ਼ਦਾਰ ਹਾਂ। ਖੁਦਾ ਹਮੇਸ਼ਾ ਸਾਡੇ ਨਾਲ ਮਾਫ ਕਰਦਾ ਹੈ। ਅਸੀਂ ਬਹੁਤ ਗੁਨਾਹ ਕਰਦੇ ਹਨ, ਖੁਦਾ ਦੇ ਆਗਿਆਵਾਂ ਦੀ ਉਲੰਘਣਾ ਹਮੇਸ਼ਾ ਕਰਦੇ ਹਨ, ਪਰ ਖੁਦਾ ਹਮੇਸ਼ਾ ਆਪਣਾ ਦਇਆ ਵਿਖਾਉਂਦਾ ਹੈ, ਹਮੇਸ਼ਾ ਸਾਨੂੰ ਮਾਫੀ ਦਿੰਦਾ ਹੈ। ਇਸ ਲਈ ਖੁਦਾ ਦੇ ਕੋਲੋਂ ਮਾਫੀ ਪ੍ਰਾਪਤ ਕਰਨ ਦੇ ਲਈ, ਜਿਸ ਤਰ੍ਹਾਂ ਰੂਪਕਥਾ ਦੇ ਵਿੱਚ ਦੱਸਿਆ ਹੈ ਕਿ ਉਹ ਰਾਜਾ ਨੇ ਆਪਣੇ ਨੌਕਰ ਨੂੰ 10,000 ਦਿਨਾਰਾ ਮਾਫ ਕੀਤੇ ਹਨ, ਉਸੇ ਤਰ੍ਹਾਂ ਖੁਦਾ ਵੀ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਜੋ ਵੀ ਗੁਨਾਹ ਹੋ ਜਾਂਦੇ ਹਨ ਉਹ ਸਭ ਕੁਝ ਖੁਦਾ ਵੀ ਹਮੇਸ਼ਾ ਮਾਫ ਕਰਦੇ ਹਾਂ। ਅਗਰ ਉਸ ਨੌਕਰ ਨੇ 10,000 ਦਿਨਾਰਾ ਕਰਜ਼ਦਾਰ ਹੈ ਤਾਂ ਉਸ ਨੇ 10-15 ਸਾਲ ਜਿਹੜੇ ਕੰਮ ਕਰਨਾ ਪਵੇਗਾ ਉਹਨਾਂ ਕੁ ਪੈਸਾ ਆਪਣਾ ਕਰਜ਼ਾ ਉਤਾਰਨ ਦੇ ਲਈ, ਪਰ ਫਿਰ ਵੀ ਉਸ ਰਾਜਾ ਨੇ ਉਸ ਨੂੰ ਦੇ ਦਿੱਤੇ ਹਨ। ਇਸੇ ਤਰ੍ਹਾਂ ਅਸੀਂ ਵੀ ਜਿੰਨੇ ਸਾਲ ਅਸੀਂ ਇਸ ਧਰਤੀ ਜ਼ਿੰਦਗੀ ਬਿਤਾਏ ਹਨ ਉਹਨਾਂ ਸਾਲ ਅਸੀਂ ਪਾਪ ਕੀਤੇ ਹਨ ਅਤੇ ਉਹ ਪਾਪ ਸਭ ਖੁਦਾ ਨੇ ਮਾਫ ਕੀਤਾ ਹੈ। ਅਤੇ ਬਹੁਤ ਸਾਰੇ ਕਰਜ਼ਦਾਰ ਹਨ ਖੁਦਾ ਦੇ ਸਾਹਮਣੇ, ਅਤੇ ਖੁਦਾ ਹਮੇਸ਼ਾ ਸਾਡੇ ਸਾਹਮਣੇ ਸਾਡੇ ਉੱਤੇ ਆਪਣਾ ਮਿਹਰ ਵਿਖਾਉਂਦਾ ਹੈ, ਦਇਆ ਵਿਖਾਉਂਦਾ ਹੈ। ਇਸ ਲਈ ਸਾਨੂੰ ਇੱਕ ਦੋ ਜਿਹਦੇ ਮਾਫ ਕਰਨ ਦੇ ਨਾਲ ਉਹ ਬਰਾਬਰ ਨਹੀਂ ਹੁੰਦੇ ਹਨ। ਇਸ ਲਈ ਅਸੀਂ ਪੂਰੇ ਜ਼ਿੰਦਗੀ ਅਸੀਂ ਆਪਣੇ ਇੱਕ ਦੂਸਰੇ ਨੂੰ ਮਾਫੀ ਦੇਣਾ ਜ਼ਰੂਰੀ ਹੈ। ਤੇ ਪ੍ਰਭੂ ਵੀ ਸਾਨੂੰ ਕਹਿੰਦਾ ਹੈ 7 ਦੇ 70 ਵਾਰੀ ਮਾਫੀ ਦੇਣ ਦੇ ਲਈ। ਜੇਕਰ ਅਸੀਂ ਮਾਫ ਨਹੀਂ ਕਰਦੇ ਹਾਂ ਤਾਂ ਖੁਦਾ ਵੀ ਸਾਡੇ ਗੁਨਾਹ ਮਾਫ ਨਹੀਂ ਕਰੇਗਾ। ਇਹ ਸਾਡੇ ਬਾਪ ਦੀ ਪ੍ਰਾਰਥਨਾ ਦੇ ਵਿੱਚ ਅਸੀਂ ਵੀ ਕਰਦੇ ਹਾਂ, ਜਿਸ ਤਰ੍ਹਾਂ ਆਪਣੇ ਕਸੂਰਾਂ ਨੂੰ ਮਾਫ ਕਰਦੇ ਹਾਂ ਉਸੇ ਤਰ੍ਹਾਂ ਸਾਡਾ ਵੀ ਕਸੂਰ ਮਾਫ ਕਰੋ। ਸਾਡਾ ਰੋਜ਼ ਦੀ ਪ੍ਰਾਰਥਨਾ ਵੀ ਇਹੀ ਹੈ। ਇਸ ਲਈ ਅਸੀਂ ਆਪਣੇ ਜੀਵਨ ਦੇ ਵਿੱਚ ਮਾਫ ਕਰਨਾ ਬਹੁਤ ਜ਼ਰੂਰੀ ਹੈ। ਇਨਸਾਨੀ ਤੌਰ ਤੇ ਇਹ ਕਰਨਾ ਬਹੁਤ ਔਖੇ ਹਨ ਇੱਕ ਦੂਸਰੇ ਨੂੰ ਮਾਫ ਕਰਨ ਦੇ ਲਈ, ਪਰ ਖੁਦਾ ਦੀ ਮਦਦ ਦੇ ਨਾਲ ਮਿਹਰ ਦੇ ਨਾਲ ਸਾਨੂੰ ਮਾਫੀ ਦੇ ਸਕਦਾ ਹੈ ਅਤੇ ਉਹ ਮਾਫੀ ਦੇਣ ਦੇ ਰਾਹ ਹੀ ਸਾਨੂੰ ਖੁਦਾ ਦੇ ਕੋਲੋਂ ਮਾਫੀ ਪ੍ਰਾਪਤ ਕਰ ਸਕਦਾ ਹੈ।
ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭਰਾਓ ਅਤੇ ਭੈਣੋ ਅਤੇ ਨੌਜਵਾਨੋ, ਅਸੀਂ ਹੁਣ ਆਪਣੇ ਜੀਵਨ ਦੇ ਵਿੱਚ ਇਹ ਨਵਾਂ ਕਦਮ ਅਸੀਂ ਵੀ ਹੁਣ ਸ਼ੁਰੂ ਚੁੱਕਾਂਗੇ। ਉਹੀ ਹੈ ਮਾਫੀ ਦੇਣ ਦਾ। ਸ਼ਾਇਦ ਅੱਜ ਤੱਕ ਅਸੀਂ ਕਿਸੇ ਨੂੰ ਮਾਫ ਨਹੀਂ ਕੀਤੇ ਹੋਵੇਗਾ, ਜਾਂ ਅੱਜ ਤੱਕ ਅਸੀਂ ਕਿਸੇ ਤੋਂ ਮਾਫੀ ਨਹੀਂ ਮੰਗਿਆ ਹੋਵੇਗਾ, ਪਰ ਅੱਜ ਤੋਂ ਅਸੀਂ ਸ਼ੁਰੂ ਕਰਾਂਗੇ। ਜੇਕਰ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਗਿਲਾ ਹੈ, ਗੁੱਸਾ ਹੈ, ਤਾਂ ਅਸੀਂ ਇਸ ਸਮੇਂ ਉਹਨਾਂ ਦੇ ਕੋਲੋਂ ਮਾਫੀ ਮੰਗਾਂਗੇ। ਨੌਜਵਾਨ ਬਹੁਤੀ ਵਾਰੀ ਆਪਣੇ ਮਾਂ-ਬਾਪ ਨਾਲ ਲੜਾਈ ਕਰਦੇ ਹਾਂ, ਕਈਆਂ ਨੇ ਆਪਣੇ ਮਾਂ-ਬਾਪ ਨਾਲ ਨਹੀਂ ਬੋਲਦੇ ਹਨ। ਇਹੋ ਜਿਹਾ ਵੀ ਅਸੀਂ ਆਪਣੇ ਜੀਵਨ ਦੇ ਵਿੱਚ ਅਸੀਂ ਕਰਦੇ ਹਾਂ। ਜੇਕਰ ਸਾਡੇ ਵਿੱਚ ਇਸੇ ਤਰ੍ਹਾਂ ਦਾ ਕੋਈ ਹੈ, ਅੱਜ ਅਸੀਂ ਜਾ ਕੇ ਆਪਣੇ ਮਾਂ-ਬਾਪ ਦੇ ਨਾਲ ਅਸੀਂ ਸੁਲਾਹ ਕਰ ਲਾਂਗੇ। ਜੇਕਰ ਅਸੀਂ ਆਪਣੇ ਭੈਣ ਭਰਾਵਾਂ ਨਾਲ ਲੜਾਈ ਕੀਤੀ ਹੈ, ਬੋਲਦੇ ਨਹੀਂ ਹਨ, ਗੱਲਬਾਤ ਨਹੀਂ ਕਰਦੇ ਹਨ, ਮੌਕਾ ਦੇ ਲਈ ਅਸੀਂ ਉਡੀਕ ਕਰਦੇ ਹਾਂ ਕਿ ਬਦਲਾ ਲੈਣ ਦੇ ਲਈ, ਜੇਕਰ ਇਹ ਜਗ੍ਹਾ ਸਾਡੇ ਮਨ ਦੇ ਵਿੱਚ ਹਨ, ਤਾਂ ਅੱਜ ਅਸੀਂ ਉਹਨਾਂ ਨੂੰ ਮਾਫੀ ਦੇਵਾਂਗੇ। ਜੇਕਰ ਸਾਡੇ ਦੋਸਤ ਮਿੱਤਰ ਜਾਂ ਸਹੇਲੀ ਕਿਸੇ ਨਾਲ ਅਸੀਂ ਲੜਾਈ ਝਗੜਾ ਕੀਤੀ ਹੈ ਤੇ ਮਾਫੀ ਨਹੀਂ ਦਿੱਤੇ ਹਨ, ਤਾਂ ਅੱਜ ਅਸੀਂ ਉਹਨਾਂ ਨੂੰ ਵੀ ਮਾਫੀ ਦੇਵਾਂਗੇ, ਕਿਉਂਕਿ ਮਾਫੀ ਦੇਣ ਦੇ ਰਾਹ ਹੀ ਸਾਨੂੰ ਮਾਫੀ ਮਿਲਦਾ ਹੈ ਖੁਦਾ ਦੇ ਕੋਲੋਂ। ਮਾਫੀ ਦੇਣ ਦੇ ਰਾਹ ਹੀ ਸਾਨੂੰ ਖੁਦਾ ਦੇ ਪਿਆਰ ਦੇ ਵਿੱਚ ਰਹਿ ਸਕਦਾ ਹੈ। ਮਾਫੀ ਦੇਣ ਦੇ ਰਾਹ ਹੀ ਸਾਨੂੰ ਆਪਣਾ ਕਰਜ਼ਾ ਉਤਾਰ ਸਕਦਾ ਹੈ ਜੋ ਖੁਦਾ ਦੇ ਅੱਗੇ ਸਾਡੇ ਹਨ। ਇਸ ਲਈ ਇਸ ਵਰਦਾਨ ਦੇ ਲਈ ਅਸੀਂ ਇਸ ਪਾਕ ਮਾਸ ਦੇ ਵਿੱਚ ਪ੍ਰਾਰਥਨਾ ਕਰਾਂਗੇ ਅਤੇ ਪ੍ਰਭੂ ਯਿਸੂ ਮਸੀਹ ਅਸਾਂ ਸਾਰਿਆਂ ਨੂੰ ਸ਼ਕਤੀ ਦੇ, ਤਾਂ ਜੋ ਅਸੀਂ ਆਪਣੇ ਜੀਵਨ ਦੇ ਵਿੱਚ ਹਰ ਸਮੇਂ ਹਰ ਇੱਕ ਨੂੰ ਮਾਫੀ ਦੇ ਸਕਾਂ ਤੇ ਪ੍ਰਭੂ ਸਾਨੂੰ ਬਰਕਤ ਪ੍ਰਦਾਨ ਕਰੇ। ਆਮੀਨ। ਸਾਰੇ ਖੜੇ ਹੋ ਜਾਈਏ। ਰਸੂਲਾਂ ਦਾ ਕਲਮਾ। मैं खुदा ते ईमान रखती हाँ जेड़ा बाप पूरी कुदरत वाला आसमान ते जमीन दा पैदा करन वाला है। मैं यीशु मसीह ते ईमान रखती हाँ जेड़ा उसदा इकलौता बेटा साड़ा खुदावंद है और पाक दी कुदरत नाल कुआरी मरियम दी गर्भ विच पिया, उस तो जम्या, उसने पैंतुस पिलातुस दे राज में दुख उठाया, सलीब ते चढ़ाया गया, मर गया ते दबिया गया, बरज़ख विच जा उतरिया, तीजे दिहाड़ी मुर्दियां चों जी उठिया, आसमान ते चढ़ गया, खुदा बाप पूरी कुदरत वाले दे सज्जे हाथ जा बैठा, जितों फेर भी आवेगा जिउंदे ते मुर्दियां दा इंसाफ करन लई। मैं ईमान रखदी हां पाक उत्ते एक पाक कैथलिक कलीसिया, पाक लोकां दी शराकत, गुनाहां दी माफ़ी, जिस्म दा जी उठना, हमेशा दी जिंदगी नूं मनदी हां। आमीन। ਮਸੀਹ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ, ਅੱਜ ਪ੍ਰਭੂ ਯਿਸੂ ਨੇ ਸਾਨੂੰ ਦੱਸਿਆ ਹੈ ਕਿ ਅਸੀਂ ਹਰ ਇੱਕ ਨੂੰ ਮਾਫੀ ਦੇਣਾ ਹੈ। ਆਓ ਅਸੀਂ ਪ੍ਰਭੂ ਦੇ ਅੱਗੇ ਆਪਣੇ ਸਾਰੇ ਲੋੜਾਂ ਜ਼ਰੂਰਤਾਂ ਰੱਖੀਏ ਅਤੇ ਆਖੀਏ, ਇਹ ਪ੍ਰਭੂ ਸਾਡੀ ਪ੍ਰਾਰਥਨਾ ਸੁਣ। ऐ प्रभु साड़ी दुआ सुन। ऐ सर्वशक्तिमान पिता परमेश्वर, तेरी आराधना, तेरी स्तुति, तेरी वंदना। तू ही सच्चा ते जिंदा परमेश्वर है। ऐ सर्वशक्तिमान पिता परमेश्वर, अपनी कलीसिया नूं अमन अते आज़ादी प्रदान कर। साडे कलीसिया दे सारे नौजवानों नूं ईमान, उम्मीद अते प्यार विच मजबूत कर, तां कि ਉਹ तेरे प्यार, उम्मीद अते ईमान विच वधदे जाण। अनुवचन। ਇਹ ਪ੍ਰਭੂ ਸਾਡੀ ਦੁਆ ਸੁਣ। ਮਿਹਰਬਾਨ ਖੁਦਾ, ਸਾਡੇ ਰੂਹਾਨੀ ਬਾਪ ਸੰਤ ਪਾਪਾਂ ਨੂੰ ਤੰਦਰੁਸਤੀ ਬਖਸ਼ ਅਤੇ ਹਰ ਖਤਰੇ ਤੋਂ ਸੁਰੱਖਿਅਤ ਰੱਖ। ਉਹਨਾਂ ਦੀ ਰਸੂਲੀ ਖਿਦਮਤ, ਦੁਆਵਾਂ ਤਮਾਮ ਦੁਨੀਆ ਨੂੰ ਸੱਚਾ ਚਾਨਣ ਪ੍ਰਾਪਤ ਹੋਵੇ ਅਤੇ ਪਵਿੱਤਰ ਆਤਮਾ ਦੀ ਮਦਦ ਨਾਲ ਉਹ ਕਲੀਸਿਆ ਦੀ ਯੋਗ ਅਗਵਾਈ ਕਰਨ ਸਕਣ। ਅਨੁਵਚਨ। ਇਹ ਪ੍ਰਭੂ साड़ी दुआ सुन। ਇਹ ਪ੍ਰਭੂ ਖੁਦਾ, ਹਰ ਪਰਿਵਾਰ, ਮਾਪਿਆਂ ਤੇ ਬੱਚਿਆਂ ਲਈ ਅਸੀਂ ਦੁਆ ਕਰਦੇ ਹਾਂ ਕਿ ਉਹਨਾਂ ਵਿੱਚ ਆਪਸੀ ਪਿਆਰ ਅਤੇ ਆਦਰ ਹੋਵੇ। ਉਹ ਇੱਕ ਦੂਜੇ ਦੀਆਂ ਗਲਤੀਆਂ ਨੂੰ ਮਾਫ ਕਰਨ ਅਤੇ ਪ੍ਰਾਰਥਨਾਮਈ ਜੀਵਨ ਬਤੀਤ ਕਰਨ। ਅਨੁਵਚਨ। हे प्रभु साड़ी दुआ सुन। हे प्रभु, ਅਸੀਂ ਆਪਣੇ ਭਾਰਤ ਦੇਸ਼, ਖਾਸ ਕਰਕੇ ਪੰਜਾਬ ਪ੍ਰਾਂਤ ਲਈ ਪ੍ਰਾਰਥਨਾ ਕਰਦੇ ਹਾਂ ਕਿ ਇਸ ਦੇ ਹਾਕਮਾਂ ਅਤੇ ਨੇਤਾਵਾਂ ਨੂੰ ਆਪਣੀ ਸੱਚਾਈ ਦੀ ਰੋਸ਼ਨੀ ਵਿਖਾ ਦੇ, ਤਾਂ ਜੋ ਉਹ ਲੋਕਾਂ ਦੀ ਭਲਾਈ ਲਈ ਨਿਸਵਾਰਥ ਸੇਵਾ ਕਰਨ, ਸਭ ਨੂੰ ਇਨਸਾਫ ਮਿਲੇ ਅਤੇ ਸਾਡੇ ਦੇਸ਼ ਨੂੰ ਹਰ ਤਰ੍ਹਾਂ ਦੀ ਲੜਾਈ ਝਗੜੇ ਤੋਂ ਬਚਾ ਕੇ ਸਭਨੀ ਥਾਈਂ ਅਮਨ ਚੈਨ ਕਾਇਮ ਕਰਨ। ਅਨੁਵਚਨ। हे प्रभु साड़ी दुआ सुन। ਐ ਮਿਹਰਬਾਨ ਖੁਦਾ, ਬਿਮਾਰਾਂ, ਬੇਸਹਾਰਿਆਂ, ਕੈਦੀਆਂ, ਮੁਸਾਫਿਰਾਂ ਅਤੇ ਹਰ ਤਰ੍ਹਾਂ ਦੇ ਦੁੱਖ ਤਕਲੀਫ ਸਹਿਣ ਵਾਲਿਆਂ ਨੂੰ ਸਬਰ, ਸ਼ਾਂਤੀ ਅਤੇ ਹੌਸਲਾ ਪ੍ਰਦਾਨ ਕਰ। ਅਨੁਵਚਨ। हे प्रभु साड़ी दुआ सुन। ਆਓ ਅਸੀਂ ਹੁਣ ਮൗਨ ਹੋ ਕੇ
अपनी बाकी ज़रूरतां अपने प्यारे खुदा दे अगे पेश करिए। आए हुए सारे संगत दे लई ਅਤੇ ਨੌਜਵਾਨਾਂ ਦੇ ਲਈ ਆਓ ਅਸੀਂ ਹੁਣ ਮਾਂ ਮਰੀ ਸਿਫਾਰਿਸ਼ ਮੰਗੀਏ ਤੇ ਕਿ ਸਲਾਮੇ ਮਰੀਮ फजल नाल भरी हुई खुदावंद तेरे नाल है तू औरतां विच धन है नाले धन है तेरे पेट दा फल यीशु ए हज़रत मरियम खुदा दी मां असां गुनाहगारां ਲਈ दुआ कर हुण ते साडी मौत दे वेले आमीन। ਇਹ ਪਿਆਰੇ ਖੁਦਾ ਅਸੀਂ ਆਪਣੇ ਸਾਰੇ ਲੋੜਾਂ ਜ਼ਰੂਰਤਾਂ ਤੁਹਾਡੇ ਅੱਗੇ ਰੱਖੀਆਂ ਹਨ। ਅਸੀਂ ਹੁਣ ਪ੍ਰਾਰਥਨਾ ਕਰਦੇ ਹਾਂ ਆਏ ਹੋਏ ਸਾਰੇ ਭੈਣ ਭਰਾਵਾਂ ਦੇ ਲਈ ਸਾਡੇ ਉੱਤੇ ਰਹਿਮ ਕਰੋ ਪ੍ਰਭੂ, ਆਪਣੇ ਆਤਮਾ ਨੂੰ ਭੇਜ ਕੇ ਸ਼ਕਤੀ ਪ੍ਰਦਾਨ ਕਰੋ ਤਾਂ ਜੋ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਹਰ ਇੱਕ ਨੂੰ ਮਾਫੀ ਦੇ ਸਕਣ। ਅਸੀਂ ਪ੍ਰਾਰਥਨਾ ਕਰਦੇ ਹਾਂ ਆਪਣੇ ਪਰਿਵਾਰ ਦੇ ਲਈ, ਪਰਿਵਾਰ ਦੇ ਸਾਰੇ ਜੀਆਂ ਦੇ ਲਈ ਸਾਡੇ ਪਰਿਵਾਰ 'ਤੇ ਰਹਿਮ ਕਰੋ ਪ੍ਰਭੂ ਅਤੇ ਸਾਡੀ ਕਿਰਪਾ ਕਰੋ ਅਤੇ ਸਾਡੇ ਕੰਮਕਾਜ ਵਿੱਚ ਸਾਡੀ ਮਦਦ ਕਰੋ, ਜ਼ਿੰਦਗੀ ਵਿੱਚ ਸਹੀ ਫੈਸਲਾ ਲੈਣ ਦੇ ਲਈ ਮਦਦ ਕਰੋ ਪ੍ਰਭੂ। ਅਸੀਂ ਉਹਨਾਂ ਸਾਰੇ ਭੈਣ ਭਰਾਵਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਜਿਹੜੇ ਦੁਖੀ ਹਨ, ਪਰੇਸ਼ਾਨ ਹਨ। ਇਹ ਪ੍ਰਭੂ ਯਿਸੂ ਉਹਨਾਂ ਉੱਤੇ ਆਪਣੇ ਮਿਹਰ ਵਿਖਾਓ ਪ੍ਰਭੂ। ਅਸੀਂ ਇਹ ਸਭ ਕੁਝ ਮੰਗਦੇ ਹਾਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਭੈਣੋ ਤੇ ਭਰਾਓ ਪ੍ਰਾਰਥਨਾ ਕਰੋ ਕਿ ਸਾਡੀ ਅਤੇ ਤੁਹਾਡੀ ਕੁਰਬਾਨੀ ਪੂਰੀ ਕੁਦਰਤ ਵਾਲੇ ਬਾਪ ਨੂੰ ਕਬੂਲ ਹੋਵੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਂ ਦੀ ਉਸਤਤ ਤੇ ਵਡਿਆਈ ਲਈ ਨਾਲੇ ਸਾਡੇ ਤੇ ਸਾਰੀ ਪਵਿੱਤਰ ਕਲੀਸਿਆ ਦੇ ਲਾਭ ਲਈ ਪ੍ਰਵਾਨ ਕਰੇ। ਏ ਪ੍ਰਭੂ ਆਪਣੇ ਲੋਕਾਂ ਦੀਆਂ ਭੇਡਾਂ
ਅਤੇ ਦੁਆਵਾਂ ਨੂੰ ਮਿਹਰ ਨਾਲ ਕਬੂਲ ਕਰ। ਬਖਸ਼ ਦੇ ਕਿ ਸਾਡੇ ਵਿੱਚੋਂ ਹਰ ਕੋਈ ਜੋ ਕੁਝ ਤੇਰੀ ਮਹਿਮਾ ਲਈ ਚੜਾਉਂਦਾ ਹੈ ਉਹ ਸਾਰਿਆਂ ਲਈ ਨਜਾਤ ਦਾ ਵਸੀਲਾ ਬਣੇ। ਸਾਡੇ ਪ੍ਰਭੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਇਨਸਾਨ ਦੀ ਨਜਾਤ ਲਈ ਤੇਰੇ ਪਿਆਰ ਭਰੀ ਮੁਕਤੀ ਯੋਜਨਾ ਵਿੱਚ ਅਸੀਂ ਤੇਰੀ ਬੇਮਿਸਾਲ ਸ਼ਕਤੀ ਨੂੰ ਵੇਖਦੇ ਹਾਂ। ਆਪਣੇ ਖੁਦਾਈ ਸ਼ਕਤੀ ਨਾਲ ਤੂੰ ਸਾਨੂੰ ਬਚਾਉਣ ਲਈ ਆਇਆ ਹੈ, ਪਰ ਤੇਰੀ ਇਹ ਇੱਛਾ ਸੀ ਕਿ ਅਸੀਂ ਸਾਡੇ ਵਰਗੇ ਇੱਕ ਮਨੁੱਖ ਦੁਆਰਾ ਬਚਾਏ ਜਾਈਏ। ਇਨਸਾਨ ਨੇ ਤੇਰੀ ਮਿੱਤਰਤਾ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਪ੍ਰਭੂ ਯਿਸੂ ਮਸੀਹ ਨੇ ਆਪਣੇ ਇਨਸਾਨੀ ਰੂਪ ਵਿੱਚ ਉਸੇ ਮਿੱਤਰਤਾ ਨੂੰ ਮੁੜ ਬਹਾਲ ਕੀਤਾ। ਇਸ ਲਈ ਫਰਿਸ਼ਤਿਆਂ ਤੇ ਮਹਾਫਰਿਸ਼ਤਿਆਂ ਤੇ ਸਾਰੇ ਸੁਰਗੀ ਲਸ਼ਕਰਾਂ ਨਾਲ ਮਿਲ ਕੇ ਅਸੀਂ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਸਮਾਂ ਹੈ ਪ੍ਰਭੂ ਯਿਸੂ ਮਸੀਹ ਇਸ ਰੋਟੀ ਦੇ ਦਾਕ ਰਸ ਨੂੰ ਆਪਣੇ ਬਦਨ ਅਤੇ ਲਹੂ ਵਿੱਚ ਬਦਲਣ ਦਾ। ਆਓ ਅਸੀਂ ਸਮੇਂ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ, ਪਰਿਵਾਰ ਦੇ ਸਾਰੇ ਜੀਆਂ ਨੂੰ, ਲੋੜਾਂ ਜ਼ਰੂਰਤਾਂ ਨੂੰ ਪ੍ਰਭੂ ਯਿਸੂ ਦੇ ਅੱਗੇ ਚੜਾਈਏ। ਇਹ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ
ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ। ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਤੇ ਰੂਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ। ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲਹਿੰਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜਾਈ ਜਾਵੇ। ਇਸ ਲਈ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿਹਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਹੀ ਰੂਪਾਕ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ, ਤਾਂ ਜੋ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ, ਜਿਹਦੇ ਹੁਕਮ ਨਾਲ ਅਸੀਂ ਇਹਨਾਂ ਪੈਦਾ ਨੂੰ ਮਨਾਉਂਦੇ ਹਾਂ। ਜਿਸ ਰਾਤ ਦਾ ਵਿਸ਼ਵਾਸ ਕੱਢ ਕੀਤਾ ਗਿਆ, ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। हे मेरे प्रभु, हे मेरे खुदा। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। हे मेरे प्रभु, हे मेरे खुदा। ईमान दा पेद। हे प्रभु मुक्ति दाते, असीस कुर्बानी देना, तेरी मौत दी फिर जी उठण नू याद कर दे, हाँ याद कर दे, हाँ। हे प्रभु मुक्ति दाते, असीस कुर्बानी देना, तेरी दूजी बारी आने होते आस रख दे, हाँ आस रख दे, हाँ। इसलिए प्रभु ਅਸੀਂ ਤੇਰੇ ਬੇਟੇ ਦੇ ਮੁਕਤੀਕਾਰੀ ਦੁੱਖ ਭੋਗ ਦੇ ਜਲਾਲੀ ਜੂੜਿਆਂ ਤੇ ਸਵਰਗ ਵਿੱਚ ਚੜ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸ ਦੇ ਦੂਜੀ ਵਾਰੀ ਆਪ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦੇ ਜਿਉਂਦੇ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜਾਉਂਦੇ ਹਾਂ। ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੇ ਕਲੀਸਿਆ ਦੇ ਚੜਾਵੇ ਤੇ ਨਜ਼ਰ ਕਰ ਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ, ਜਿਸ ਦੀ ਕੁਰਬਾਨੀ ਤੋਂ ਰਾਜੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ। ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਤੇ ਲਹੂ ਨਾਲ ਰਜਾਏ ਹੋਏ ਅਤੇ ਉਸ ਦੇ ਰੂਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ। ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ, ਤਾਂ ਜੋ ਅਸੀਂ ਚੁਣਿਆ ਹੋਇਆਂ ਨਾਲ, ਖਾਸ ਕਰਕੇ ਤਨ ਕੁਵਾਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਵਾਰੀ ਦਾ ਮੁਬਾਰਕ ਵਰਸਨ ਦੀ ਯੂਸਫ ਦੇ ਨਾਲ, ਤੇਰੇ ਤਿੰਨ ਰਸੂਲਾਂ ਦੇ ਨਾਲ, ਤੇਰੇ ਸ਼ਹੀਦਾਂ ਦੇ ਨਾਲ ਅਤੇ ਸਾਰੇ ਸੰਤਾਂ ਦੇ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈਏ। ਇਹਨਾਂ ਵੱਲੋਂ ਤੇਰੇ ਹਜ਼ੂਰ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਤੇ ਅਸੀਂ ਭਰੋਸਾ ਰੱਖਦੇ ਹਾਂ। ਇਹ ਪ੍ਰਭੂ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਮੁੜਬੁਲਾਵ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਦੇ ਮੁਕਤ ਦੇ ਲਈ ਅਸਰਦਾਇਕ ਹੋਵੇ। ਤੋ ਕਿਰਪਾ ਕਰਕੇ ਇਸ ਧਰਤੀ 'ਤੇ ਫੈਲੇ ਹੋਏ ਆਪਣੇ ਯਾਤਰੀ ਕਲੀਸਿਆਂ ਨੂੰ, ਆਪਣੇ ਸੇਵਕ ਸਾਡੇ ਸੰਤ ਬਾਬਾ ਫਰਾਂਸਿਸ, ਸਾਡੇ ਬਿਸ਼ਪ ਫਰਾਂਗੋ, ਰੂਫਿਨੋ ਗ੍ਰੇਸ਼ੀਅਸ, ਕੁੱਲ ਦੁਨੀਆ ਦੇ ਬਿਸ਼ਪ ਆਪ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੇ ਤੋਂ ਆਪਣਾ ਬਣਾ ਲਿਆ ਹੈ, ਈਮਾਨ ਅਤੇ ਪਿਆਰ ਦੇ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਬਾਪ ਸੰਸਾਰ ਪਰ ਨਿਕਲੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸੜੇ ਮੋਏ ਹੋਏ ਭੈਣ ਭਰਾਵਾਂ ਤੇ ਸਾਰਿਆਂ ਨੂੰ ਜਿਹੜੇ ਤੈਨੂੰ ਗੁਸ਼ਕਰ ਦੇ ਸੰਸਾਰ ਦੇ ਵਿੱਚੋਂ ਚਲਾ ਨਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ।
ਉਹਦੇ ਅਸੀਂ ਤੇਰੀ ਵੱਡੀ ਸ਼ਾਨ ਤੇ ਖੁਸ਼ੀ ਦੇ ਵਿੱਚ ਸਦਾ ਨਿਗਾਹ ਰੱਖਣ ਦੀ ਉਮੀਦ ਰੱਖਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਏ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ ਸਦਾ ਤੋਮ ਸਦਾ ਤੀਕ। ਸਾਡੇ ਮੁਕਤੀਦਾਤਾ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੇ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਆਖਣ ਦੀ ਦਲੇਰੀ ਕਰਦੇ ਹਾਂ। ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜਿਦਰਾਂ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਤੇ ਹਰ ਮੁਸੀਬਤ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। ਕਿਉਂਕਿ ਬਾਦਸ਼ਾਹਤ और कुदरत और जलाल हमेशा तेरी ही है, तेरी ही है, तेरी ही है,
प्रभु यीशु मसीहा तू अपने रसूलां नूं आखिया मैं तुहानूं शांति दिंदा हां, अपने शांति मैं तुहानूं प्रदान करदा हां। तू साडे गुनाहां नूं नहीं सगों अपने कलीसिया दे ईमान नूं वे ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਤੇ ਇਕਦਾ ਪ੍ਰਦਾਨ ਕਰ। ਤੂੰ ਜੋ ਜੀਉਂਦਾ ਦਰਾਜ ਕਰਦਾ ਹੈ ਸਦਾ ਤੋਮ ਸਦਾ ਤੀਕ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਸਲਾਮ ਦੇਈਏ। लीली खुदा दी तू दुनिया दे गुनाह चुक ले जांदा है। ए लीली खुदा दी, ए लीली खुदा दी साडी उते दया करो। ए लीली खुदा दी तू दुनिया दे गुनाह चुक ले जांदा है। ਦੇਖੋ ਖੁਦਾ ਦਾ ਲੈਲਾ ਇਹਨੂੰ ਵੇਖੋ ਜਿਹੜੇ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। प्रभु मैं मैं ਸਿਉਕ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਵਚਨ ਨਾਲ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਤੋਬਾ ਦਾ ਅਮਲ। ਐ ਮੇਰੇ ਖੁਦਾ, ਮੈਂ ਆਪਣੇ ਸਾਰੇ ਦਿਲ ਨਾਲ ਅਫਸੋਸ ਕਰਦੀ ਹਾਂ ਕਿਉਂ ਜੋ ਮੈਂ ਤੈਨੂੰ ਆਪਣੇ ਗੁਨਾਹਾਂ ਨਾਲ ਨਾਰਾਜ਼ ਕੀਤਾ, ਜਿਹੜਾ ਬੇਹੱਦ ਚੰਗਾ ਸਾਰੇ ਪਿਆਰ ਦੇ ਲਾਇਕ ਹੈ। ਨਾਲੇ ਮੈਂ ਪੱਕਾ ਇਰਾਦਾ ਵੀ ਕਰਦੀ ਹਾਂ ਤੇਰੀ ਪਾਕ ਫਜ਼ਲ ਦੀ ਮਦਦ ਨਾਲ ਫਿਰ ਗੁਨਾਹ ਨਾ ਕਰਾਂਗੀ, ਗੁਨਾਹਾਂ ਦੇ ਰਾਹਾਂ ਤੋਂ ਦੂਰ ਰਹਾਂਗੀ। ਆਮੀਨ। ਦੁਆ ਪਾਕਸ਼ਾਕਤ ਲੈਣ ਤੋਂ ਪਹਿਲਾਂ ਇਹ ਮੁਬਾਰਕ ਮਰੀਮ ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ, ਸਾਨੂੰ ਬਰਕਤ ਦੇ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ ਉਸੇ ਤਰ੍ਹਾਂ ਸਾਨੂੰ ਵੀ ਇਸ ਦੀ ਸੇਵਾ ਕਰਨੀ ਸਿਖਾ। ਆਮੀਨ। मेरी बादशाह हमद मैं तेरी करूं, तू है प्रशिश के काबिल खुदा। हमद मैं तेरी करूं, यहोवा मेरी बादशाह। हमद मैं तेरी करूं, तू है प्रशिश के काबिल खुदा। हमद मैं तेरी
मुझे तू जो संग है रूबरू मेरे खुदावंद तेरी सलाह मैं जिंदगी भर गाऊंगा मेरे खुदावंद तेरी सलाह मैं जिंदगी भर गाऊंगा क्योंकि जिंदा खुदा है तू मेरा 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 क्योंकि जिंदा खुदा है तू मेरा 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 जब सिताइश होती है रूह की बारिश होती है जब सिताइश होती है रूह की बारिश होती है यीशु तेरी हजूरी में रूह की जुम्बश होती है यीशु तेरी हजूरी में रूह की जुम्बश होती है अपनी कुव्वत से मेरी खुदा रूह मेरी भर दे अपनी कुव्वत से मेरी खुदा रूह मेरी भर दे मेरे खुदावंद तेरी सलाह मैं जिंदगी भर गाऊंगा मेरे खुदावंद तेरी सलाह मैं जिंदगी भर गाऊंगा क्योंकि जिंदा खुदा है तू मेरा जिंदा खुदा है तू मेरा क्योंकि जिंदा खुदा है तू मेरा जिंदा खुदा है तू मेरा क्योंकि जिंदा खुदा है तू मेरा 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 ਦੁਆ ਪਾਕ ਸ਼ਰਾਕਤ ਲੈਣ ਦੇ ਪਿੱਛੋਂ ਸਿਜਦੇ ਦਾਮਰ ਐ ਇਲਾਹੀ ਯੀਸੂ ਐ ਇਲਾਹੀ ਯਿਸੂ ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ ਮੈਂ ਸਾਰਿਆਂ ਫਰਿਸ਼ਤਿਆਂ ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ ਤੈਨੂੰ ਸਿਜਦਾ ਕਰਦੀ ਹਾਂ ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ ਤੇਰੀ ਬਜ਼ੁਰਗੀ ਤੇਰੀ ਬਜ਼ੁਰਗੀ ਵਡਿਆਈ ਵਡਿਆਈ ਅਤੇ ਬੰਦਗੀ ਕੀਤੀ ਜਾਵੇ ਅਤੇ ਬੰਦਗੀ ਕੀਤੀ ਜਾਵੇ ਐ ਮਿਹਰਬਾਨ ਯੀਸੂ ਐ ਮਿਹਰਬਾਨ ਯਿਸੂ ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ ਤੈਨੂੰ ਕੀ ਦੇਵਾਂ ਮੈਂ ਕੱਖ ਅਤੇ ਮਿੱਟੀ ਮੈਂ ਕੱਖ ਅਤੇ ਮਿੱਟੀ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ ਮੈਂ ਤੇਰੀਆਂ ਰਹਿਮਤਾਂ ਦੇ ਗੀਤ ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗੀ ਸਦਾ ਗਾਵਾਂਗੀ ਮੈਂ ਆਪਣੇ ਬਦਨ ਅਤੇ ਰੂਹ ਮੈਂ ਆਪਣੇ ਬਦਨ ਅਤੇ ਰੂਹ ਖਿਆਲਾਂ ਤੇ ਦਲੀਲਾਂ ਖਿਆਲਾਂ ਤੇ ਦਲੀਲਾਂ ਗੱਲਾਂ ਤੇ ਕੰਮਾਂ ਗੱਲਾਂ ਅਤੇ ਕੰਮਾਂ ਖੁਸ਼ੀਆਂ
ਖੁਸ਼ੀਆਂ ਤੇ ਦੁੱਖਾਂ ਖੁਸ਼ੀਆਂ ਤੇ ਦੁੱਖਾਂ ਨਾਲੇ ਜ਼ਿੰਦਗੀ ਅਤੇ ਮੌਤ ਨੂੰ ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ ਤੇਰੀ ਨਜ਼ਰ ਕਰਦਾ ਹਾਂ। ਮੇਰੇ ਬਦਨ ਨੂੰ ਲੈ ਲੈ ਮੇਰੇ ਬਦਨ ਨੂੰ ਲੈ ਲੈ ਇਹਦੇ ਵਿੱਚ ਵਸ ਇਹਦੇ ਵਿੱਚ ਵਸ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਇਹਨੂੰ ਸਭ ਗੁਨਾਹੀ ਸ਼ਬਦ ਤੋਂ ਸਾਫ਼ ਰੱਖ ਮੇਰੀ ਮਰਜ਼ੀ ਨੂੰ ਲੈ ਲੈ ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ ਅਤੇ ਇਹਨੂੰ ਆਪਣੀ ਮਰਜ਼ੀ ਉੱਤੇ ਚਲਾ ਮੇਰੀ ਯਾਦ ਨੂੰ ਲੈ ਲੈ ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ ਅਤੇ ਇਹਦੇ ਵਿੱਚ ਰਿਹਾ ਕਰ ਤਾਂ ਜੋ ਮੈਂ ਤੈਨੂੰ ਕਦੀ ਨਾ ਭੁੱਲਾਂ ਕਦੀ ਨਾ ਭੁੱਲਾਂ ਮੇਰੀ ਅਕਲ ਨੂੰ ਲੈ ਲੈ ਮੇਰੀ ਅਕਲ ਨੂੰ ਲੈ ਲੈ ਇਹਨੂੰ ਵਧਾ ਤਾਂ ਜੋ ਮੈਂ ਤੈਨੂੰ ਵਧੇਕ ਜਾਣਾ ਅਤੇ ਪਿਆਰ ਕਰਾਂ ਮੈਨੂੰ ਸਾਰੇ ਨੂੰ ਲੈ ਲੈ ਤਾਂ ਜੋ ਮੈਂ ਸਭ ਕੁਝ ਤੇਰੇ ਪਿਆਰ ਵਾਸਤੇ ਕਰਿਆ ਕਰਾਂਗੀ ਆਮੀਨ। ਏ ਖੁਦਾ ਤੇਰਾ ਰਹਿਮ ਕਿੰਨਾ ਵਡਮੁੱਲਾ ਹੈ। ਮਨੁੱਖ ਦੇ ਬੱਚੇ ਤੇਰੇ ਪਰਾਂ ਦੀ ਛਾਂ ਹੇਠ ਆਸਰਾ ਲੈਂਦੇ ਹਨ। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ ਸਾਡੇ ਬਾਪ, ਬਖਸ਼ ਦੇ ਕਿ ਇਸ ਸਾਕਰਮੰਡ ਦੀ ਸ਼ਕਤੀ ਸਾਡੇ ਬਦਨ ਤੇ ਰੂਹ ਤੇ ਕਾਬੂ ਪਾਵੇ, ਤਾਂ ਜੋ ਸਾਡੇ ਵਿੱਚ ਸਾਡੀਆਂ ਆਪਣੀਆਂ ਇੱਛਾਵਾਂ ਨਹੀਂ ਸਗੋਂ ਤੇਰੀ ਰੂਹ ਪਾਕ ਦੀ ਸ਼ਕਤੀ ਛਾ ਜਾਵੇ। ਸਾਡੇ ਪ੍ਰਭੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ, ਬੇਟਾ ਅਤੇ ਰੂਹ ਪਾ ਤੁਸਾਂ ਸਾਰਿਆਂ ਨੂੰ ਆਸ਼ੀਰਵਾਦ ਦੇਵੇ। ਆਮੀਨ। ਪਾਕ ਉਸੇ ਕੁਰਬਾਨੀ ਅਰਪਣ ਕੀਤੀ ਗਈ ਮਸੀਹ ਦੀ ਸ਼ਾਂਤੀ ਵਿੱਚ ਆਈਏ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਆ, ਭਈ ਕਦੀ ਨਹੀਂ ਸੁਣਿਆ ਗਿਆ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੇ ਦੀ ਕੁਆਰੀ ਅਤੇ ਮੇਰੀ ਮਾਂ, ਮੈਂ ਇਸ ਤਸੱਲੀ ਨਾਲ ਤੇਰੇ ਕੋਲ ਨੱਸੀ ਆਉਂਦੀ ਹਾਂ, ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਕਰੇ ਕਲਾਮ ਦੀ ਮਾਂ, ਮੇਰੀ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰ। ਆਮੀਨ। ਸ਼ਾਂਤੀ ਦਰਾਣੀ ਮੁਬਾਰਕ ਮਾਂ ਮਰੀਮ, ਸਾਡੇ ਲਈ ਦੁਆ ਕਰ।